ਸੋ ਇਸ ਵੀਡੀਓ ਵਿੱਚ ਅਸੀਂ ਇੰਗਲਿਸ਼ ਗ੍ਰਾਮਰ ਦੀ ਬੇਸਿਕ ਤੋਂ ਸ਼ੁਰੂ ਕਰਾਂਗੇ। ਠੀਕ ਹੈ। ਸੋ ਇਹ ਵੀਡੀਓ ਜਿਹੜੀ ਆ 8th ਕਲਾਸ ਤੋਂ ਲੈ ਕੇ 8th 9th 10th ਜਾਂ ਆਇਲਸ ਤੱਕ ਜਿਨ੍ਹਾਂ ਨੇ ਆਇਲਸ ਦੇ ਐਗਜ਼ਾਮ ਦੇਣੇ ਆ ਜਾਂ ਐਸਐਸਸੀ ਐਗਜ਼ਾਮਸ ਦੀ ਜਾਂ ਬੈਂਕਿੰਗ ਐਗਜ਼ਾਮਸ ਦੀ ਤਿਆਰੀ ਕਰ ਰਹੇ ਆ ਉਹਨਾਂ ਦੇ ਲਈ ਵੀ ਇਹ ਜਿਹੜੀ ਚੀਜ਼ ਆ ਇੰਗਲਿਸ਼ ਗ੍ਰਾਮਰ ਹੈ ਸਭ ਤੋਂ ਇੰਪੋਰਟੈਂਟ ਚੀਜ਼ ਮੰਨੀ ਜਾਂਦੀ ਹੈ। ਠੀਕ ਹੈ। ਤੇ ਹੁਣ ਦੇਖੋ ਜਿਹੜੀ ਆਇਲਸ ਐਗਜ਼ਾਮ ਦੇਣੇ ਹੁੰਦੇ ਆ ਕਾਫੀ ਸਾਰੇ ਸਟੂਡੈਂਟਸ ਕਹਿੰਦੇ ਆ ਕਿ ਸਾਡਾ ਜਿਨ੍ਹਾਂ ਨੇ ਜਨਰਲ ਐਗਜ਼ਾਮ ਦੇਣੇ ਆ ਸਪੈਸ਼ਲੀ ਉਹ ਕਹਿੰਦੇ ਕਿ ਸਾਡਾ ਆਊਟ ਆਫ ਟੱਚ ਹੋ ਗਿਆ ਆ। ਠੀਕ ਹੈ। ਸੋ ਉਹ ਆਇਲਸ ਕਿੱਦਾਂ ਕਰਨ ਜਦ ਕਿ ਉਹਨਾਂ ਨੂੰ ਗ੍ਰਾਮਰ ਦੀ ਬੇਸਿਕਸ ਹੀ ਜਿਹੜੀ ਨੌਲੇਜ ਆ ਉਹ ਆਊਟ ਆਫ ਜਿਹੜੀ ਮਾਈਂਡ ਹੋ ਚੁੱਕੀ ਆ। ਠੀਕ ਹੈ। ਉਹਨਾਂ ਦੇ ਲਈ ਇਹ ਸਾਰਿਆਂ ਦੇ ਲਈ ਰੀਫਰੈਸ਼ ਕਰਨ ਨੂੰ ਆ। ਤੇ ਇਹਦੇ ਵਿੱਚ ਤੁਸੀਂ ਵੀਡੀਓ ਵਿੱਚ ਦੇਖੋਗੇ ਕਿ ਸੈਂਟੈਂਸ ਨੂੰ ਆਈਡੈਂਟੀਫਾਈ ਕਿੱਦਾਂ ਕਰਨਾ, ਆਈਡੈਂਟੀਫਿਕੇਸ਼ਨ ਸਬਜੈਕਟਸ ਦੀ, ਆਬਜੈਕਟ ਦੀ ਤੇ ਵਰਬ ਦੀਆਂ ਆਈਡੈਂਟੀਫਿਕੇਸ਼ਨ ਕਿੱਦਾਂ ਕਰਨੀ ਹੈ ਤੇ ਸਾਰੇ ਪਾਰਟਸ ਅਸੀਂ ਦੇਖਾਂਗੇ ਤੇ ਟੈਂਸ ਯੂਜ਼ ਕਿਵੇਂ ਕਰੀਦੇ ਆ ਉਹ ਦੇਖਾਂਗੇ। ਠੀਕ ਹੈ। ਸੋ ਇਹ ਪ੍ਰੈਜ਼ੈਂਟ ਟੈਂਸ ਦੇ ਪ੍ਰੈਜ਼ੈਂਟ ਦੇ ਇੰਡੈਫੀਨਿਟ ਪਾਰਟ ਤੋਂ ਹੀ ਆਪਾਂ ਸਟਾਰਟ ਕਰਾਂਗੇ ਤੇ ਅੱਗੇ ਅੱਗੇ ਵੀਡੀਓ ਜਿਹੜੀਆਂ ਆ ਉਹ ਇਸ ਟੌਪਿਕ ਦੇ ਉੱਤੇ ਅਸੀਂ ਰਿਲੀਜ਼ ਕਰਦੇ ਜਾਵਾਂਗੇ। ਠੀਕ ਹੈ। ਤੇ ਇਹ ਵੀਡੀਓਜ਼ ਫੋਲੋ ਕਰਨ ਦੇ ਲਈ ਸਾਡਾ ਚੈਨਲ ਵਿਜ਼ਡਮ ਐਜੂਕੇਸ਼ਨ ਪੁਆਇੰਟ RDC ਇਹਨੂੰ ਤੁਸੀਂ ਸਬਸਕ੍ਰਾਈਬ ਕਰੋ ਤੇ ਆਪਣੇ ਫਰੈਂਡਸ ਨੂੰ ਵੀ ਦੱਸੋ ਤੇ ਸਾਨੂੰ ਕਮੈਂਟ ਕਰਨ ਵਿੱਚ ਤੁਸੀਂ ਸ਼ਾਈ ਨਾ ਫੀਲ ਕਰਿਆ ਕਰੋ। ਸਾਨੂੰ ਕਮੈਂਟ ਕਰਕੇ ਦੱਸਿਆ ਕਰੋ ਕਿ ਤੁਹਾਨੂੰ ਇਹ ਕਿੱਦਾਂ ਦੇ ਟੌਪਿਕ ਜਿਹੜੇ ਆ ਚਾਹੀਦੇ ਤੇ ਸਾਨੂੰ ਫੀਡਬੈਕ ਵੀ ਜ਼ਰੂਰ ਦਿਆ ਕਰੋ। ਠੀਕ ਹੈ। ਕਾਫੀ ਸਾਰੇ ਸਟੂਡੈਂਟ ਸਾਨੂੰ ਫੀਡਬੈਕ ਜਿਹੜੇ ਆ ਉਹ ਜਦੋਂ ਦਿੰਦੇ ਆ ਤਾਂ ਉਹਦੇ ਉੱਤੇ ਅਸੀਂ ਜਿਹੜਾ ਆ ਨੈਕਸਟ ਟੌਪਿਕ ਸਿਲੈਕਟ ਕਰਦੇ ਹਾਂ। ਠੀਕ ਹੈ। ਤਾਂ ਇਹ ਵੀ ਉਹਨਾਂ ਫੀਡਬੈਕਸ ਦੇ ਅਕੋਰਡਿੰਗਲੀ ਹੀ ਅਸੀਂ ਸਿਲੈਕਟ ਕੀਤਾ ਹੋਇਆ ਟੌਪਿਕ। ਸੋ ਦੇਖਦੇ ਹਾਂ ਸਭ ਤੋਂ ਪਹਿਲਾਂ। ਸੋ ਗ੍ਰਾਮਰ ਦੇ ਵਿੱਚ ਸਭ ਤੋਂ ਪਹਿਲਾਂ ਤਾਂ ਜੋ ਵੀ ਜਦੋਂ ਅਸੀਂ ਸ਼ੁਰੂ ਹੀ ਕਰਦੇ ਬੇਸਿਕਸ ਦੇ ਵਿੱਚ ਹੀ ਸ਼ੁਰੂ ਕਰਦੇ 8th ਦੀ ਬੁੱਕ ਤੋਂ ਆਪਾਂ ਜਦੋਂ ਸ਼ੁਰੂ ਕਰਦੇ ਹਾਂ ਤਾਂ ਸਾਡੇ ਕੋਲ ਟੈਂਸਸ ਆਉਂਦੇ ਆ। ਠੀਕ ਹੈ। ਸੈਂਟੈਂਸ ਫਾਰਮੇਸ਼ਨ ਕਿੱਦਾਂ ਬਣਾਉਣੀ ਹੈ। ਸੈਂਟੈਂਸ ਫਾਰਮੇਸ਼ਨ ਦਾ ਸਭ ਤੋਂ ਪਹਿਲਾ ਪਾਰਟ ਕੀ ਹੈ? ਟੈਂਸ। ਟੈਂਸ ਹੁਣ ਕਿਹਨੂੰ ਕਹਿੰਦੇ ਹੁੰਦੇ ਆ? ਪੰਜਾਬੀ 'ਚ ਆਪਾਂ ਸਮਾਂ ਕਹਿੰਦੇ ਆ। ਕਿਹੜਾ ਹੈ? ਪ੍ਰੈਜ਼ੈਂਟ, ਪਾਸਟ ਤੇ ਫਿਊਚਰ। ਠੀਕ ਹੈ। ਪ੍ਰੈਜ਼ੈਂਟ ਜੋ ਹੁਣ ਆਪਣਾ ਪ੍ਰੈਜ਼ੈਂਟ ਚੱਲ ਰਿਹਾ ਹੈ, ਫਾਸਟ ਹੁੰਦਾ ਜਿਹੜਾ ਆਪਾਂ ਆਲਰੇਡੀ ਕਰ ਚੁੱਕੇ ਹਾਂ, ਫਿਊਚਰ ਅਸੀਂ ਕਰਨਾ ਹੁੰਦਾ ਹੈ। ਠੀਕ ਹੈ। ਪ੍ਰੈਜ਼ੈਂਟ ਦੇ ਵਿੱਚ ਵੀ ਹੁਣ ਪ੍ਰੈਜ਼ੈਂਟ, ਪਾਸਟ ਤੇ ਫਿਊਚਰ ਇਹਨਾਂ ਸਾਰਿਆਂ ਦੇ ਵਿੱਚ ਅੱਗੇ ਜਿਹੜੀਆਂ ਫਰਦਰ ਆ 4 ਫਾਰਮਸ ਦੇ ਵਿੱਚ ਇਹ ਡਿਵਾਈਡਡ ਆ। ਇਨਡੈਫੀਨਿਟ ਹੋ ਗਿਆ, ਕੰਟੀਨਿਊਸ, ਪਰਫੈਕਟ ਤੇ ਪਰਫੈਕਟ ਕੰਟੀਨਿਊਸ। ਠੀਕ ਹੈ। ਜਿਵੇਂ ਆਪਾਂ ਪ੍ਰੈਜ਼ੈਂਟ ਇੰਡੈਫੀਨਿਟ ਟੈਂਸ ਕਹਿ ਲਈਏ, ਪ੍ਰੈਜ਼ੈਂਟ ਕੰਟੀਨਿਊਸ ਟੈਂਸ ਹੋ ਗਿਆ, ਪ੍ਰੈਜ਼ੈਂਟ ਪਰਫੈਕਟ ਟੈਂਸ, ਪ੍ਰੈਜ਼ੈਂਟ ਪਰਫੈਕਟ ਕੰਟੀਨਿਊਸ ਟੈਂਸ। ਇਸ ਤਰੀਕੇ ਦੇ ਜਿਹੜੇ ਆ ਇਹਨਾਂ ਦੀ ਕਲਾਸੀਫਿਕੇਸ਼ਨ ਕੀਤੀ ਜਾਂਦੀ ਆ ਟੈਂਸਸ ਦੀ। ਹੁਣ ਅੱਗੇ ਆਪਾਂ ਦੇਖਾਂਗੇ, ਅੱਗੇ ਜਾ ਕੇ ਆਪਾਂ ਦੇਖਾਂਗੇ ਕਿ ਇਹਨਾਂ ਦੀਆਂ ਜਿਹੜੀਆਂ ਆ ਉਹ ਆਈਡੈਂਟੀਫਿਕੇਸ਼ਨ ਕਿੱਦਾਂ ਕਰਨੀ ਹੈ ਤੇ ਆਪਾਂ ਕਿੱਦਾਂ ਇਹਨਾਂ ਦਾ ਫਾਰਮੂਲਾ ਪੁੱਟ ਕਰਦੇ ਆ। ਤਾਂ ਸਭ ਤੋਂ ਪਹਿਲਾਂ ਅਸੀਂ ਦੇਖਦੇ ਹਾਂ ਕਿ ਟੈਂਸ ਦੀ ਫੰਕਸ਼ਨਿੰਗ ਕੀ ਹੁੰਦੀ ਹੈ। ਫੰਕਸ਼ਨ ਆਫ ਟੈਂਸਸ। ਟੈਂਸ ਹੁਣ ਕਿਉਂ ਆਪਾਂ ਬਣਾਉਣੇ, ਇਹਨਾਂ ਦਾ ਕਾਰਨ ਕੀ, ਇਹਨਾਂ ਦਾ ਰੀਜ਼ਨ ਕੀ ਆ ਬਣਾਉਣ ਦਾ? ਸਭ ਤੋਂ ਪਹਿਲਾਂ ਹੈਗਾ ਹੈ ਜਿਹੜਾ ਮੇਨ ਰੀਜ਼ਨ ਆ ਟਾਈਮ ਆਫ ਐਕਸ਼ਨ। ਟੈਂਸਸ ਦੇ ਨਾਲ ਸਾਨੂੰ ਟਾਈਮ ਆਫ ਐਕਸ਼ਨ ਪਤਾ ਲੱਗਦਾ ਹੈ ਕਿ ਸਾਡਾ ਟੈਂਸ ਜਿਹੜਾ ਉਹ ਪ੍ਰੈਜ਼ੈਂਟ ਦੇ ਵਿੱਚ ਹੋਇਆ ਐਕਸ਼ਨ ਜਾਂ ਪਾਸਟ ਦੇ ਵਿੱਚ ਹੋਇਆ ਜਾਂ ਫਿਊਚਰ ਦੇ ਵਿੱਚ ਐਕਸ਼ਨ ਹੋਣ ਵਾਲਾ ਆ। ਠੀਕ ਹੈ। ਇਹ ਸਾਨੂੰ ਸਭ ਤੋਂ ਪਹਿਲਾਂ ਦਿਖਦੀ ਹੈ। ਸੋ ਸਭ ਤੋਂ ਪਹਿਲਾਂ ਪ੍ਰੈਜ਼ੈਂਟ ਦਾ ਐਕਸ਼ਨ ਦੇਖਦੇ ਹਾਂ। ਹੀ ਗੋਜ਼ ਟੂ ਸਕੂਲ। ਸਿੰਪਲ ਤੋਂ ਸਿੰਪਲ ਟੈਂਸ ਜਿਹੜਾ ਆ ਜੋ ਨਿਆਣਿਆਂ ਨੂੰ ਹੀ ਕਰਾਇਆ ਜਾਂਦਾ, ਗੋਜ਼ ਟੂ ਸਕੂਲ। ਠੀਕ ਹੈ। ES ਕਿਉਂ ਲੱਗੀ ਆ ਉਹ ਆਪਾਂ ਅੱਗੇ ਜਾ ਕੇ ਦੇਖਦੇ ਹਾਂ ਵੀਡੀਓ ਦੇ ਵਿੱਚ। ਠੀਕ ਹੈ। ਤਾਂ ਪ੍ਰੈਜ਼ੈਂਟ ਵਿੱਚ ਕੀ ਹੁੰਦਾ ਆਪਣਾ? ਹੀ ਗੋਜ਼ ਟੂ ਸਕੂਲ, ਉਹ ਸਕੂਲ ਜਾਂਦਾ ਹੈ। ਠੀਕ ਹੈ। ਜਿੱਦਾਂ ਆਪਾਂ ਦਾ ਹੈ ਕਹਿ ਦਿੰਦੇ ਆ। ਤੇ ਪਾਸਟ ਦੇ ਵਿੱਚ ਹੀ ਵੈਂਟ ਟੂ ਸਕੂਲ। ਹੁਣ ਗੋ ਦੀ ਹੀ ਦੂਜੀ ਫਾਰਮ ਲੱਗ ਗਈ ਆ ਵੈਂਟ। ਠੀਕ ਹੈ। ਆ ਹੀ ਸਬਜੈਕਟ ਹੋ ਗਿਆ, ਵੈਂਟ ਜਿਹੜਾ ਵਰਬ ਦੀ ਫਾਰਮ ਹੋ ਗਿਆ। ਤੋ ਟੂ ਜਿਹੜਾ ਆ ਇਹ ਆਪਣਾ ਪ੍ਰੈਪੋਜੀਸ਼ਨ ਲੱਗਦਾ ਹੈ ਤੇ ਸਕੂਲ ਹੋ ਗਿਆ ਆਪਣਾ ਆਬਜੈਕਟ। ਠੀਕ ਹੈ। ਗੋਜ਼ ਟੂ ਸਕੂਲ। ਤੇ ਫਿਊਚਰ ਟੈਂਸ ਵਿੱਚ ਹੀ ਵਿਲ ਗੋ ਟੂ ਸਕੂਲ, ਉਹ ਸਕੂਲ ਜਾਵੇਗਾ। ਠੀਕ ਹੈ। ਇਸ ਤਰੀਕੇ ਨਾਲ ਤੇ ਇਹ ਹੋ ਗਿਆ ਆਪਣਾ ਟਾਈਮ ਆਫ ਐਕਸ਼ਨ। ਤੇ ਨੈਕਸਟ ਟੈਂਸ ਜਿਹੜੇ ਉਹ ਕੀ ਦੱਸਦੇ ਆ? ਸਟੇਟ ਆਫ ਐਕਸ਼ਨ ਦੱਸਦੇ ਆ ਕਿ ਉਹਦੀ ਸਟੇਟ ਕਿਹੜੀ ਆ, ਮਤਲਬ ਕੀ ਆ। ਉਹ ਹੁਣ ਜਿਹੜਾ ਸਾਡਾ ਸਬਜੈਕਟ ਆ ਉਹ ਕੰਮ ਹਜੇ ਕਰੀ ਜਾ ਰਿਹਾ, ਲਗਾਤਾਰ ਚੱਲ ਰਿਹਾ ਕੰਮ, ਜਾਂ ਉਹ ਕਰ ਚੁੱਕਾ ਹੈ। ਇਹ ਚੀਜ਼ਾਂ ਦੱਸਦੇ ਆ। ਨੈਕਸਟ ਕੀ ਆ? ਟਾਈਮ ਆਫ ਫਰੇਮ ਦੱਸਦੇ ਆ ਟੈਂਸ। ਟਾਈਮ ਆਫ ਫਰੇਮ ਦਾ ਮਤਲਬ ਕੀ ਆ ਕਿ ਉਹ ਬੰਦੇ ਨੇ ਜੋ ਵੀ ਹੁਣ ਸਬਜੈਕਟ ਆ ਉਹਨੇ ਕੰਮ ਜਿਹੜਾ ਆ ਉਹ ਕਿਹੜੀ ਤਰੀਕ ਨੂੰ ਕੀਤਾ। ਇਹ ਡੈਫੀਨੇਟ ਟਾਈਮ ਹੈ ਜਾਂ ਇਨਡੈਫੀਨੇਟ ਟਾਈਮ ਹੈ। ਮਤਲਬ ਕੀ ਹੈ? ਇੱਕ ਖਾਸ ਟਾਈਮ ਹੁੰਦਾ ਨਾ, ਇੱਕ ਖਾਸ ਤਰੀਕ ਹੁੰਦੀ ਹੈ ਕਿ ਇੱਕ ਕੰਮ ਕਿਸੇ ਬੰਦੇ ਨੇ ਇਸ ਤਰੀਕ ਨੂੰ ਕਰ ਲਿਆ ਹੈ, ਉਹ ਹੋ ਗਿਆ ਪੂਰਾ ਪੱਕਾ ਨਿਸ਼ਚਿਤ ਟਾਈਮ ਹੋ ਗਿਆ। ਜਾਂ ਹੋ ਗਿਆ ਭਈ ਹਾਂ ਇਹ ਵਾਲਾ ਕੰਮ ਜਿਹੜਾ 2 ਮਹੀਨੇ ਤੱਕ ਹੋ ਜਾਊਗਾ ਜਾਂ 2 ਮਹੀਨੇ ਪਹਿਲਾਂ ਹੋ ਚੁੱਕਾ ਹੈ। ਉਹ 2 ਮਹੀਨੇ ਜਿਹੜਾ ਹੁਣ ਕੋਈ ਨਿਸ਼ਚਿਤ ਟਾਈਮ ਨਹੀਂ ਹੁੰਦਾ, ਨਿਸ਼ਚਿਤ ਟਾਈਮ ਨਹੀਂ ਹੁੰਦਾ। ਇਹ ਕੀ ਹੁੰਦਾ? ਇੱਕ ਜਿਹੜਾ ਇਨਡੈਫੀਨਿਟ ਟਾਈਮ ਹੋ ਗਿਆ। ਇਹ ਹੁਣ ਕੀ ਹੈ? ਟਾਈਮ ਫਰੇਮ ਹੋ ਗਿਆ। ਠੀਕ ਹੈ। ਇਹ ਵੀ ਦੱਸਦਾ ਟੈਂਸ। ਸੋ ਹੁਣ ਦੇਖਦੇ ਅੱਗੇ ਚੱਲਦੇ ਹਾਂ। ਅੱਗੇ ਅਸੀਂ ਕੀ ਕਰਨਾ? ਪ੍ਰੈਜ਼ੈਂਟ ਇੰਡੈਫੀਨਿਟ ਦੇਖਣਾ। ਸਭ ਤੋਂ ਪਹਿਲਾਂ ਜਿਹੜਾ ਟੈਂਸ ਆਉਂਦਾ ਉਹ ਪ੍ਰੈਜ਼ੈਂਟ ਇੰਡੈਫੀਨਿਟ ਟੈਂਸ ਆਉਂਦਾ ਹੈ। ਸੋ ਇਹਦੀ ਦੇਖਦੇ ਹਾਂ ਯੂਜ਼ਸ ਕਿੱਥੇ ਕਿੱਥੇ ਹੁੰਦੀ ਹੈ। ਸੋ ਇਹਦੀ ਯੂਜ਼ ਹੁੰਦੀ ਹੈ ਰੂਟੀਨ ਐਕਸ਼ਨ ਦੇ ਵਿੱਚ। ਜਿਹੜੀ ਵੀ ਆਪਾਂ ਰੂਟੀਨ ਜਿਹੜੇ ਰੈਗੂਲਰ ਐਕਸ਼ਨ ਹੁੰਦੇ ਆ ਨਾ ਉਹਨਾਂ ਦੇ ਵਿੱਚ ਪ੍ਰੈਜ਼ੈਂਟ ਇੰਡੈਫੀਨਿਟ ਟੈਂਸ ਯੂਜ਼ ਹੁੰਦਾ ਹੈ। ਜਿਵੇਂ ਕਿ ਰੈਗੂਲਰ ਐਕਸ਼ਨਸ ਹੋ ਗਏ। ਰੈਗੂਲਰ ਐਕਸ਼ਨ ਦੇ ਵਿੱਚ ਮੈਂ ਐਗਜ਼ਾਮਪਲ ਲਿਖੀ ਹੋਈ ਆ, ਆਈ ਕਮ ਹੇਅਰ ਡੇਲੀ।
ਮੈਂ ਇੱਥੇ ਹਮੇਸ਼ਾ ਆਉਂਦਾ ਹਾਂ, ਹਰ ਰੋਜ਼ ਆਉਂਦਾ ਹਾਂ। ਇਹ ਡੇਲੀ ਦੀ ਐਕਸ਼ਨ ਹੋ ਗਈ। ਇਰੈਗੂਲਰ ਐਕਸ਼ਨ ਹੋ ਗਏ ਅਰਥਕੁਇਕਸ ਕਮ ਇਨ ਜਾਪਾਨ। ਜਾਪਾਨ ਦੇ ਵਿੱਚ ਭੂਚਾਲ ਆਉਂਦੇ ਆ, ਅਰਥਕੁਇਕਸ ਕਹਿੰਦੇ ਉਹਨਾਂ ਨੂੰ। ਠੀਕ ਹੈ, ਹੈਬਿਟ ਦੱਸਣ ਦੇ ਲਈ, ਕਿਸੇ ਦੀ ਹੈਬਿਟ ਆ, ਕਿਸੇ ਦੀ ਆਦਤ ਆ, ਉਹ ਦੱਸਣ ਦੇ ਲਈ ਅਸੀਂ ਯੂਜ਼ ਕਰਦੇ ਹਾਂ। ਜਿਵੇਂ ਕਿ ਹੀ ਸਮੋਕਸ। ਹੁਣ ਦੇਖੋ ਇੱਥੇ ਵੀ ਐਸ ਲੱਗੀ ਹੈ ਸਮੋਕ ਦੇ ਨਾਲ। ਠੀਕ ਹੈ, ਜਿਹੜਾ ਹੁਣ ਇਹ ਵੀ ਦੇਖਾਂਗੇ ਵੀ ਇਹ ਕਿਉਂ ਲੱਗਦੀ ਹੈ ਅੱਗੇ ਚੱਲ ਕੇ। ਹੀ ਹੈਬਿਟ ਕੀ ਹੁੰਦੀ ਹੈ, ਕਿਸੇ ਦੀ ਆਦਤ। ਹੀ ਸਮੋਕਸ ਉਹ ਕੀ ਆ, ਸਿਗਰਟ ਪੀਂਦਾ ਹੈ ਜਾਂ ਧੂਮਰਪਾਨ ਜਿਹਨੂੰ ਕਹਿੰਦੇ ਉਹ ਕਰਦਾ ਹੈ। ਠੀਕ ਹੈ, ਇਹ ਹੈਬਿਟ ਹੋ ਗਈ। ਯੂਨੀਵਰਸਲ ਟਰੁੱਥ, ਹੁਣ ਇਹ ਦੱਸਣ ਲਈ ਵੀ ਅਸੀਂ ਪ੍ਰੈਜ਼ੈਂਟ ਇੰਡੈਫੀਨਿਟ ਟੈਂਸ ਯੂਜ਼ ਕਰਦੇ ਹਾਂ। ਯੂਨੀਵਰਸਲ ਟਰੁੱਥ ਕਿਹੜੇ ਆ? ਦ ਸਨ ਰਾਈਜ਼ਸ ਇਨ ਦ ਈਸਟ। ਸੂਰਜ ਜਿਹੜਾ ਹਮੇਸ਼ਾ ਜਦੋਂ ਦੀ ਵੀ ਪ੍ਰਿਥਵੀ ਬਣੀ ਆ ਉਹ ਪੂਰਬ ਤੋਂ ਹੀ ਚੜ੍ਹਦਾ ਆ ਰਿਹਾ ਹੈ। ਠੀਕ ਹੈ, ਸਨ ਰਾਈਜ਼ਸ ਇਨ ਦਾ ਈਸਟ, ਜਿਹੜਾ ਸੂਰਜ ਪੂਰਬ ਤੋਂ ਚੜ੍ਹਦਾ ਹੈ। ਚਾਹੇ ਬੰਦੇ ਜਿਹੜੇ ਆ ਹੁਣ ਵੀ ਈਸਟ ਤੋਂ ਹੀ ਚੜੂਗਾ, ਅੱਗੇ ਆਉਣ ਵਾਲੇ ਟਾਈਮ ਵਿੱਚ ਵੀ ਈਸਟ ਤੋਂ ਹੀ ਚੜੂਗਾ, ਪਿਛਲੇ ਟਾਈਮ ਵਿੱਚ ਵੀ ਈਸਟ ਪੂਰਬ ਤੋਂ ਹੀ ਚੜ੍ਹਦਾ ਸੀ। ਠੀਕ ਹੈ, ਯੂਨੀਵਰਸਲ ਟਰੁੱਥ ਹੋ ਗਿਆ। ਸੋ ਇਹ ਯੂਜ਼ ਹੋ ਗਈ ਆਪਣੀ ਪ੍ਰੈਜ਼ੈਂਟ ਇੰਡੈਫੀਨਿਟ ਟੈਂਸ ਦੀ। ਹੋਰ ਨੈਕਸਟ ਯੂਜ਼ਸ ਦੇਖਦੇ ਹਾਂ ਕਿੱਥੇ ਕਿੱਥੇ ਪ੍ਰੈਜ਼ੈਂਟ ਇੰਡੈਫੀਨਿਟ ਟੈਂਸ ਯੂਜ਼ ਹੁੰਦਾ ਹੈ। ਇਹ ਹੁੰਦਾ ਜੀ ਨਿਊਜ਼ਪੇਪਰ ਦੀਆਂ ਹੈਡਲਾਈਨਸ ਦੇ ਵਿੱਚ ਯੂਜ਼ ਹੁੰਦਾ ਹੈ। ਠੀਕ ਹੈ, ਹੈਡਲਾਈਨਸ ਜਿਹੜੀਆਂ ਹਮੇਸ਼ਾ ਪ੍ਰੈਜ਼ੈਂਟ ਇੰਡੈਫੀਨਿਟ ਟੈਂਸ ਦੇ ਵਿੱਚ ਹੀ ਹੁੰਦੀਆਂ, ਸਿੰਪਲ ਦੇ ਵਿੱਚ। ਜਾਂ ਸਪੋਰਟਸ ਦੀ ਕਮੈਂਟਰੀ ਜਿਹੜੀ ਆ ਉੱਥੇ ਯੂਜ਼ ਹੁੰਦਾ ਇਹ। ਠੀਕ ਹੈ, ਤੇ ਅੱਗੇ ਹੁਣ ਕੀ ਆ, ਹੋਰ ਅੱਗੇ ਦੇਖਦੇ ਆ ਜਿਹੜੇ ਕਸਟਮਸ ਹੁੰਦੇ ਆ। ਕਸਟਮ ਮਤਲਬ ਰੀਤੀ ਰਿਵਾਜ ਦੇ, ਜੇ ਆਪਾਂ ਟੈਂਸ ਬਣਾਉਣਾ ਹੋ ਤਾਂ ਉੱਥੇ ਵੀ ਆਪਾਂ ਜਿਹੜੇ ਇਹੀ ਯੂਜ਼ ਕਰਾਂਗੇ ਪ੍ਰੈਜ਼ੈਂਟ ਇੰਡੈਫੀਨਿਟ। ਪ੍ਰੈਕਟਿਸ ਹੋ ਗਈ। ਰਿਪੀਟਡ ਐਕਸ਼ਨ, ਜਿਹੜੇ ਬਾਰ-ਬਾਰ ਰਿਪੀਟ ਹੁੰਦੇ ਐਕਸ਼ਨ, ਜਿਵੇਂ ਆਹੀ ਸਨ ਵਾਲਾ ਹੀ ਹੋ ਗਿਆ। ਠੀਕ ਹੈ, ਰਿਪੀਟਡ ਐਕਸ਼ਨਸ ਹੋ ਗਏ, ਇਹ ਵੀ ਜਿਹੜੇ ਆ ਪ੍ਰੈਜ਼ੈਂਟ ਇੰਡੈਫੀਨਿਟ ਵਿੱਚ ਹੀ ਹੁੰਦੇ ਆ ਯੂਜ਼। ਤੇ ਅੱਗੇ ਹੋ ਗਿਆ ਆਪਣੇ ਕੋਲ ਪਰਮਾਨੈਂਟ ਐਕਸ਼ਨਸ। ਠੀਕ ਹੈ, ਪਰਮਾਨੈਂਟ ਐਕਟੀਵਿਟੀ ਜਿਹੜੀ, ਇਹ ਵੀ ਪ੍ਰੈਜ਼ੈਂਟ ਇੰਡੈਫੀਨਿਟ ਟੈਂਸ ਵਿੱਚ ਹੀ ਇਹਦੀ ਇੰਗਲਿਸ਼ ਬਣਨੀ ਹੈ, ਜਿਹੜੀ ਕੋਈ ਪਰਮਾਨੈਂਟ ਆ। ਠੀਕ ਹੈ, ਹਮੇਸ਼ਾ ਪਰਮਾਨੈਂਟ ਹੀ ਰਹਿਣੀ ਹੈ ਇੱਦਾਂ ਹੀ। ਤੇ ਅਗਲਾ ਹੋ ਗਿਆ ਜਦੋਂ ਹੁਣ ਆਹ ਸਿੰਗੂਲਰ ਵਰਡਸ ਥੋੜ੍ਹੇ ਜਿਹਾ ਮੈਂ ਲਿਖੇ ਹੋਆ, ਜਿਵੇਂ ਕਿ ਨੈਵਰ। ਸੈਲਡਮ ਦਾ ਮਤਲਬ ਹੁੰਦਾ ਬਹੁਤ ਘੱਟ। ਠੀਕ ਹੈ, ਜਾਂ ਕਦੇ ਵੀ ਨਹੀਂ। ਨੈਵਰ ਤਾਂ ਕਦੀ ਵੀ ਨਹੀਂ ਹੋਗਾ। ਸੈਲਡਮ ਦਾ ਮਤਲਬ ਹੁੰਦਾ ਨੀਅਰ ਟੂ ਨੈਵਰ। ਠੀਕ ਹੈ, ਨੈਕਸਟ ਟੂ ਨੈਵਰ, ਜਾਣੀ ਕਿ ਬਹੁਤ ਘੱਟ। ਯੂਜ਼ਲੀ ਹੁੰਦਾ ਅਕਸਰ, ਐਵਰੀ ਡੇ, ਨਾਰਮਲੀ ਤੇ ਆਲਵੇਜ਼। ਇਹ ਸਾਰੇ ਸਿੰਗੂਲਰ ਵਰਡ ਆ ਤੇ ਇਹਨਾਂ ਦੇ ਆਈਡੀਆਜ਼ ਐਕਸਪ੍ਰੈਸ ਕਰਨ ਦੇ ਲਈ ਵੀ ਅਸੀਂ ਪ੍ਰੈਜ਼ੈਂਟ ਇੰਡੈਫੀਨਿਟ ਟੈਂਸ ਹੀ ਯੂਜ਼ ਕਰਦੇ ਹਾਂ। ਫੋਰ ਐਗਜ਼ਾਮਪਲ, ਇੱਥੇ ਮੈਂ ਇੱਕ ਐਗਜ਼ਾਮਪਲ ਹੁਣ ਜਿਹੜੀ ਆ ਪੰਜਾਬੀ 'ਚ ਹੀ ਲਿਖੀ ਹੋਈ ਆ ਤਾਂ ਕਿ ਸਟੂਡੈਂਟਸ ਨੂੰ ਆਸਾਨੀ ਰਹੇ। ਜਿਹੜੇ ਪੰਜਾਬੀ ਵਾਲੇ ਸਟੂਡੈਂਟਸ ਆ, ਪ੍ਰੀਤ ਹਰ ਇੱਕ ਤੇ ਯਕੀਨ ਕਰ ਲੈਂਦੀ ਹੈ। ਠੀਕ ਹੈ, ਇਹ ਵੀ ਇਹਨਾਂ ਦੇ ਵਿੱਚੋਂ ਹੀ ਇੱਕ ਐਗਜ਼ਾਮਪਲ ਲਿਖਦੀ। ਇਹਦੀ ਹੁਣ ਕਿੱਦਾਂ ਬਣਾਵਾਂਗੇ ਆਪਾਂ? ਪ੍ਰੀਤ ਯੂਜ਼ਲੀ believes everybody। ਪ੍ਰੀਤ ਹਰ ਇੱਕ ਤੇ ਬਿਲੀਵ ਯਕੀਨ ਕਰ ਲੈਂਦੀ ਹੈ। ਹੁਣ ਦੇਖੋ ਯੂਜ਼ਲੀ ਆਈਡੀਆ ਜਿਹੜਾ ਆਪਾਂ ਯੂਜ਼ ਕਰਨ ਦੇ ਲਈ ਮਤਲਬ ਉਹਨੂੰ ਦਰਸਾਉਣ ਦੇ ਲਈ ਇਹ ਸੈਂਟੈਂਸ ਬਣਾਇਆ ਯੂਜ਼ਲੀ ਦਾ। ਠੀਕ ਹੈ, ਤੇ ਬਿਲੀਵ, ਹੁਣ ਇੱਥੇ ਆਪਾਂ ਇਕੱਲਾ ਬਿਲੀਵ ਵੀ ਲਾ ਸਕਦੇ ਸੀ। ਐਸ ਕਿਉਂ ਲੱਗੀ ਆ, ਇਹ ਜ਼ਰੂਰੀ ਆ। ਇਹ ਹੁਣ ਆਪਾਂ ਅੱਗੇ ਚੱਲ ਕੇ ਦੇਖਦੇ ਹਾਂ। ਠੀਕ ਹੈ, ਅੱਗੇ ਫਰਦਰ ਆਪਾਂ ਵੀਡੀਓ ਵਿੱਚ ਦੇਖਾਂਗੇ। ਹੁਣ ਦੇਖੋ ਇੱਕ ਹੋਰ ਸੈਂਟੈਂਸ ਮੈਂ ਜਿਹੜਾ ਆ ਇੱਥੇ ਲਿਖਿਆ ਹੋਇਆ, ਸੁਹਾਨੀ ਹਮੇਸ਼ਾ ਸਮੇਂ 'ਤੇ ਆ ਜਾਂਦੀ ਹੈ। ਠੀਕ ਹੈ, ਇਹਨੂੰ ਪਹਿਲਾਂ ਤਾਂ ਤੁਸੀਂ ਆਪ ਵੀ ਟਰਾਈ ਕਰਿਆ ਕਰੋ ਵੀਡੀਓ ਪੌਜ਼ ਕਰਕੇ। ਸੋ ਇਹਦਾ ਦੇਖਦੇ ਹਾਂ, ਸੁਹਾਨੀ ਆਲਵੇਜ਼ ਕਮਸ ਇਨ ਟਾਈਮ। ਹਮੇਸ਼ਾ ਸਮੇਂ 'ਤੇ ਆ ਜਾਂਦੀ ਹੈ। ਹੁਣ ਦੇਖੋ ਇੱਥੇ ਵੀ ਐਸ ਲੱਗ ਗਿਆ। ਠੀਕ ਹੈ, ਤੋ ਅੱਗੇ ਦੇਖਦੇ ਹੁਣ ਚੱਲ ਕੇ ਵੀ ਕਿੱਦਾਂ ਜਿਹੜੀ ਆ ਕਿਸ ਤਰੀਕੇ ਨਾਲ ਆਪਾਂ ਇਹਨਾਂ ਦੀ ਆਈਡੈਂਟੀਫਿਕੇਸ਼ਨ ਕਰਨੀ ਆ। ਠੀਕ ਹੈ, ਸੋ ਪ੍ਰੈਜ਼ੈਂਟ ਇੰਡੈਫੀਨਿਟ ਟੈਂਸ ਜਿਹੜਾ ਇਹਦਾ ਫਾਰਮੂਲਾ ਹੁਣ ਕੀ ਆ? ਫਾਰਮੂਲਾ ਆਪਾਂ ਦੇਖਦੇ ਹਾਂ। ਸਿੰਪਲ ਪ੍ਰੈਜ਼ੈਂਟ ਦੇ ਵਿੱਚ ਕੀ ਆ ਫਾਰਮੂਲਾ? ਸਬਜੈਕਟ ਪਲੱਸ ਵਰਬ ਦੀ ਪਹਿਲੀ ਫਾਰਮ, ਫਸਟ ਫਾਰਮ, ਪਲੱਸ ਆਬਜੈਕਟ। ਸਿੱਧਾ ਸੈਂਟੈਂਸ ਆ। ਹੁਣ ਕਈ ਕੇਸਸ ਦੇ ਵਿੱਚ ਵਰਬ ਦੀ ਫਸਟ ਫਾਰਮ ਦੇ ਨਾਲ ਐਸ ਜਾਂ ਈਐਸ ਲੱਗਦਾ ਹੈ। ਉਹ ਡਿਪੈਂਡ ਕਿਹਦੇ ਉੱਤੇ ਕਰਦਾ? ਹੁਣ ਸਭ ਤੋਂ ਪਹਿਲਾਂ ਜਿਹੜਾ ਐਸ ਜਾਂ ਈਐਸ ਲੱਗਣਾ ਆ ਜਾਂ ਨਹੀਂ ਲੱਗਣਾ, ਇਹ ਡਿਪੈਂਡ ਕਰਦਾ ਸਬਜੈਕਟ ਦੇ ਉੱਤੇ। ਠੀਕ ਹੈ, ਹੁਣ ਦੇਖੋ ਸਬਜੈਕਟ ਜਿਹੜੇ ਆ ਇਹ ਦੋ ਤਰ੍ਹਾਂ ਦੇ ਹੁੰਦੇ। ਦੋ ਤਰ੍ਹਾਂ ਦੇ ਸਬਜੈਕਟ ਕਿਹੜੇ ਆ? ਪਲੂਰਲ ਐਂਡ ਸਿੰਗੂਲਰ। ਸਿੰਗੂਲਰ ਜਿਹੜੇ ਸਿੰਗਲ ਸਬਜੈਕਟਸ ਹੋ ਗਏ, ਪਲੂਰਲ ਜਿਹੜੇ ਮਲਟੀਪਲ ਜਾਂ ਜ਼ਿਆਦਾ ਸਬਜੈਕਟ ਹੋ ਗਏ, ਜ਼ਿਆਦਾ ਮੋਰ ਇਨ ਨੰਬਰਸ ਹੋ ਗਏ। ਠੀਕ ਹੈ, ਹੁਣ ਪਲੂਰਲ ਦੇ ਵਿੱਚ ਸਭ ਤੋਂ ਪਹਿਲਾਂ ਜਿਹੜਾ ਸਬਜੈਕਟ ਆ ਉਹ ਅਸੀਂ ਲੈਂਦੇ ਆਈ। ਬੇਸ਼ੱਕ ਆਈ ਇਕੱਲਾ ਆ ਪਰ ਇਹਨੂੰ ਅਸੀਂ ਪਲੂਰਲ ਦੇ ਵਿੱਚ ਹੀ ਲੈਂਦੇ ਹਾਂ। ਪਲੂਰਲ ਦੀ ਤਰ੍ਹਾਂ ਹੀ ਇਹ ਐਕਟ ਕਰਦਾ ਹੈ। ਇਹਦੇ ਨਾਲ ਐਸ ਜਾਂ ਈ ਐਸ ਨਹੀਂ ਲੱਗਦਾ, ਕਦੀ ਵੀ ਨਹੀਂ ਲੱਗਦਾ। ਪਲੂਰਲ ਦੇ ਨਾਲ ਲੱਗਣਾ ਹੀ ਨਹੀਂ ਕਦੀ ਵੀ। ਠੀਕ ਹੈ, ਆਈ, ਵੀ, ਯੂ, ਠੀਕ ਹੈ, ਦੇ, ਇਹ ਸਾਰੇ ਦੇ ਸਾਰੇ ਕੀ ਆ? ਪਲੂਰਲ ਵਰਡਸ ਆ।
ठीक है, प्लूरल ਜਾਂ वर्ब है, ਜਾਂ ਹੁਣ ਜਿਹੜਾ ਸਾਡਾ ਸਬਜੈਕਟ ਮੋਰ ਇਨ ਨੰਬਰਸ ਹੋਗਾ, ਜਿਵੇਂ ਕਿ ਬੱਸਸ, ठीक है, ज़्यादा होगा बसेस हो गए ਜਾਂ बॉयज़ हो गया, ठीक है, ज़्यादा नंबर हो गया ये वाला, ਤਾਂ ਇਹ प्लूरल ही बन जाता है। फिर इस जगह ਦੇ ਉੱਤੇ ਸਾਡਾ ਫਾਰਮੂਲਾ ਕੀ ਬਣਦਾ, ਸਬਜੈਕਟ प्लस वर्ब ਦੀ ਪਹਿਲੀ ਫਾਰਮ प्लस ऑब्जेक्ट, ਸਿੱਧਾ ਸਿੱਧਾ ਸਾਡਾ ਸੈਂਟੈਂਸ ਫਾਰਮੇਸ਼ਨ ਹੋ ਜਾਂਦੀ ਹੈ। ਹੁਣ ਇਹ ਸੈਂਟੈਂਸ, ਇਹ ਜਿਹੜਾ ਫਾਰਮੂਲਾ, ਇਹਨੂੰ ਕਿੱਦਾਂ ਆਪਾਂ ਸੈਂਟੈਂਸ ਬਣਾਉਣਾ ਉਹ ਅੱਗੇ ਆਪਾਂ ਚੱਲ ਕੇ ਦੇਖਾਂਗੇ। ਤੇ ਹੁਣ ਦੇਖੋ, ਸਭ ਤੋਂ ਪਹਿਲਾਂ ਦੂਜੇ ਨੰਬਰ ਤੇ ਦੇਖ ਲੈਂਦੇ ਕਿ ਸਿੰਗੂਲਰ ਵਰਡ ਜਿਹੜੇ ਆ ਉਹ ਕਿਹੜੇ ਕਿਹੜੇ ਹੁੰਦੇ ਜਿਨ੍ਹਾਂ ਦੇ ਨਾਲ ਐਸ ਜਾਂ ਈਐਸ ਜਿਹੜੀ ਆ ਉਹ ਲੱਗਦੀ ਆ। ਠੀਕ ਹੈ, ਇਹਦੇ ਵਿੱਚ ਕਿਹੜਾ ਕਿਹੜਾ ਹੁੰਦਾ ਸਿੰਗੂਲਰ ਦੇ ਵਿੱਚ, ਹੀ, ਸ਼ੀ, ਇਟ, ਇਹ ਹਮੇਸ਼ਾ ਜਿਹੜੇ ਆ ਉਹ ਇਹ ਥਰਡ ਵਰਬ ਹੁੰਦੇ। ਠੀਕ ਹੈ, ਇਹ ਜਿੱਦਾਂ ਆਈ ਤੇ ਯੂ ਜਿਹੜੇ ਇਹ ਤਾਂ ਫਸਟ ਸੈਕੰਡ ਹੋਗਾ ਸਬਜੈਕਟ, ਆ ਜਿਹੜੇ ਥਰਡ ਵਾਲੇ ਹੁੰਦੇ ਆ ਇਹ ਥਰਡ ਜਿਹੜਾ ਬੰਦਾ ਆ, ਤੀਜਾ ਬੰਦਾ ਆ, ਉਹਦੇ ਲਈ ਹੁਣ ਆਪਾਂ ਗੱਲ ਕਰ ਰਹੇ ਆ। ਹੀ, ਸ਼ੀ, ਇਟ, ਠੀਕ ਹੈ, ਇਹਨਾਂ ਦੇ ਵਾਸਤੇ ਜਾਂ ਹੁਣ ਕੀ ਹੋਵੇ, ਕਿਸੇ ਦਾ ਨਾਮ ਹੋਵੇ, ਜਿਵੇਂ ਕਿ ਆਪਾਂ ਹਮੇਸ਼ਾ ਤੋਂ ਰਾਮ ਹੀ ਲਾ ਰਹੇ ਆ, ਰਾਮ ਹੋ ਗਿਆ ਰਾਮ, ਤੇ ਜਾਂ ਕੋਈ ਵੀ ਨਾ ਹੋਗਾ, ਕਿਸੇ ਦਾ ਵੀ ਨਾਉਨ ਹੋ ਗਿਆ, ਠੀਕ ਹੈ, ਸਿੰਗੂਲਰ ਨਾਉਨ ਹੋ ਗਿਆ, ਤਾਂ ਉਹ ਸਾਰੇ ਕੀ ਆ, ਐਸ ਜਾਂ ਈ ਐਸ ਉਹਨਾਂ ਦੇ ਵਿੱਚ ਵਰਬ ਦੇ ਨਾਲ ਲੱਗਣੀ। ਠੀਕ ਹੈ, ਵਰਬ ਲੱਗਣੀ ਹੈ ਪਹਿਲਾਂ, ਫਿਰ ਪਲੱਸ ਐਸ ਔਰ ਈ ਐਸ ਲੱਗਣੀ ਹੈ। ਇਹ ਹੋ ਗਿਆ, ਤੇ ਇਹਨਾਂ ਦਾ ਫਾਰਮੂਲਾ ਜਿਹੜਾ ਜੋ ਅਸੀਂ ਉੱਤੇ ਲਿਖਿਆ ਹੀ ਹੈ ਕਿ ਸਬਜੈਕਟ ਪਲੱਸ ਵਰਬ ਦੀ ਫਰਸਟ ਫਾਰਮ ਪਲੱਸ ਐਸ ਔਰ ਈ ਐਸ ਪਲੱਸ ਆਬਜੈਕਟ, ਇਸ ਤਰੀਕੇ ਦੇ ਨਾਲ ਇਹਨਾਂ ਦਾ ਸੈਂਟੈਂਸ ਬਣਦਾ ਹੈ। ਠੀਕ ਹੈ, ਹੁਣ ਦੇਖ ਲੈਂਦੇ ਆ ਕਿ ਐਸ ਜਾਂ ਈ ਐਸ ਕਿਹੜੇ ਵਰਡਸ ਨਾਲ ਐਸ ਲੱਗਣੀ ਹੈ ਤੇ ਕਿਹੜੇ ਵਰਡਸ ਦੇ ਨਾਲ ਸਾਡੀ ਈ ਐਸ ਲੱਗਣੀ ਹੈ। ਠੀਕ ਹੈ, ਦੇਖੋ ਹੁਣ ਦੇਖੋ, ਐਸ ਵਾਲੇ ਤਾਂ ਬਹੁਤ ਸਾਰੇ ਵਰਡਸ ਆ, ਇਹਨਾਂ ਨੂੰ ਡਿਸਕ੍ਰਾਈਬ ਕਰਨਾ ਇੱਕ ਪੇਜ ਦੇ ਉੱਤੇ ਤਾਂ ਮੁਸ਼ਕਿਲ ਆ, ਬਟ ਈ ਐਸ ਵਾਲੇ ਜਿਹੜੇ ਆ ਉਹ ਬਹੁਤ ਥੋੜੇ ਵਰਡਸ ਆ। ਠੀਕ ਹੈ, ਈ ਐਸ ਜਿਹੜੇ ਹੁਣ ਜਨਰਲ ਆਪਾਂ ਲੈ ਲਈਏ ਤਾਂ ਕਿਹੜੇ ਕਿਹੜੇ ਵਰਡਸ ਨਾਲ ਲਿਖਦੀ ਆ, ਇਹ ਹੋ ਗਿਆ ਆਪਣੇ ਕੋਲ ਐਕਸ, ਠੀਕ ਹੈ, ਓ ਐਸ ਐਚ ਸੀ ਐਚ ਤੇ ਵਾਈ, ਇਹ ਸਾਰੇ ਵਰਡਸ ਆ। ਇਹਨਾਂ ਦੇ ਵਰਡਸ ਨਹੀਂ, ਵਰਬ, ਜਿਹੜੀ ਵਰਬ ਦਾ ਮਤਲਬ ਹੁੰਦਾ ਕਿਰਿਆ। ਠੀਕ ਹੈ, ਜਿਵੇਂ ਕਿ ਇਹਨਾਂ ਦੀ ਜਿਹੜੀ ਕਿਰਿਆ ਆ ਨਾ ਉਹਦੇ ਵਿੱਚ ਆਪਣਾ ਐਸ ਜਾਂ ਈ ਐਸ ਲੱਗਣੀ। ਹੁਣ ਇਹ ਈ ਐਸ ਵਾਲੇ ਹੀ ਸਿਰਫ ਵਰਡ ਆ। ਹੁਣ ਦੇਖੋ ਇਹਦੇ ਵਰਬ ਐਕਸ ਦਾ ਕੀ ਬਣਦਾ ਆ, ਐਕਸ ਦੇ ਵਿੱਚ ਜਿਵੇਂ ਕਿ ਆਪਣਾ ਹੋਗਾ ਫਿਕਸ। ਠੀਕ ਹੈ, ਫਿਕਸ ਦਾ ਜਦੋਂ ਹੁਣ ਆਪਾਂ ਯੂਜ਼ ਕਰਨਾ ਨਾ ਤਾਂ ਇਹ ਕੀ ਹੋ ਜਾਣਾ ਆਪਣੇ ਕੋਲ, ਐਫ ਆਈ ਐਕਸ ਈ ਐਸ ਲੱਗ ਜਾਣੀ ਇਹਦੇ ਵਿੱਚ, ਫਿਕਸਸ। ਹੁਣ ਇਹਦੀ ਫਿਕਸ ਦੀ ਜਿਹੜੀ ਆ ਵਰਬ ਦੀ ਫਾਰਮ ਕਿੱਦਾਂ ਬਣਾਈ ਦੀ ਆ ਆਪਣੇ ਕੋਲ, ਫਿਕਸ, ਫਿਕਸਡ। ਠੀਕ ਹੈ, ਫਿਕਸਡ ਸੈਕੰਡ ਫਾਰਮ ਤੇ ਥਰਡ ਫਾਰਮ ਵੀ ਫਿਕਸਡ, ਇਸ ਤਰੀਕੇ ਨਾਲ ਆਪਣੇ ਕੋਲ ਯੂਜ਼ ਹੁੰਦੀ ਆ। ਇਹ ਜਿਨ੍ਹਾਂ ਦੇ ਅਖੀਰ ਦੇ ਵਿੱਚ, ਹੁਣ ਜਿਨ੍ਹਾਂ ਵਰਬਸ ਦੇ ਅਖੀਰ ਦੇ ਵਿੱਚ ਆ ਅੱਖਰ ਹੁਣ ਐਕਸ ਹੋਵੇ, ਓ ਹੋਵੇ, ਐਸ ਐਚ ਹੋਵੇ, ਸੀ ਐਚ ਹੋਵੇ ਜਾਂ ਵਾਈ ਹੋਵੇ, ਉਹਨਾਂ ਦੇ ਪਿੱਛੇ ਕੀ ਲੱਗਦੀ ਆ, ਆਈ ਈ ਐਸ ਲੱਗ ਜਾਂਦਾ ਹੈ। ਠੀਕ ਹੈ, ਹੁਣ ਅਗਲਾ ਦੇਖਦੇ ਆ, ਓ ਵਾਲੇ ਵਰਡ ਜਿਹੜੇ ਆ, ਓ ਵਾਲੀ ਜਿਹੜੀ ਵਰਬ ਆ ਉਹ ਕਿਹੜੀ ਆ, ਜਿਵੇਂ ਕਿ ਹੋ ਗਿਆ ਗੋ ਜਾਂ ਡੂ। ਗੋ ਦੀ ਜਿਹੜੀ ਹੁਣ ਅਗਲੀਆਂ ਫਾਰਮਸ ਕੀ ਹੁੰਦੀਆਂ, ਗੋ, ਵੈਂਟ, ਗੋਨ। ਡੂ ਦੀ ਡੂ, ਡਿਡ, ਡਨ, ਇਸ ਤਰੀਕੇ ਨਾਲ। ਤੇ ਜਦੋਂ ਆਪਾਂ ਇਹਨੂੰ ਯੂਜ਼ ਕਰਨਾ ਨਾ ਫਾਰਮ ਦੇ ਵਿੱਚ, ਸੈਂਟੈਂਸ ਦੇ ਵਿੱਚ, ਤਾਂ ਕੀ ਹੋ ਜਾਣਾ, ਗੋਜ਼ ਜਾਂ ਡਜ਼, ਈ ਐਸ ਲੱਗ ਜਾਣੀ ਹੈ। ਹੋਰ ਕਿਹੜੇ ਹੋ ਗਏ ਆਪਣੇ ਕੋਲ, ਜਿਵੇਂ ਕਿ ਐਸ ਐਚ ਵਾਲੇ ਵਰਡ, ਐਸ ਐਚ ਵਾਲੇ ਜਿਹੜੇ ਵਰਬ ਆ, ਇਹਨਾਂ ਦੀ ਐਗਜ਼ਾਮਪਲ ਆਪਾਂ ਲੈ ਲੈਂਦੇ ਆ ਐਕਸ ਐਚ ਵਾਲੇ, ਜਿਵੇਂ ਕਿ ਵਿਸ਼। ਠੀਕ ਹੈ, ਵਿਸ਼ ਹੋ ਗਿਆ। ਤੇ ਹੁਣ ਸੀ ਐਚ ਵਾਲੇ ਦੀ ਲੈ ਲੈਂਦੇ ਐਗਜ਼ਾਮਪਲ, ਸੀ ਐਚ ਵਾਲੇ ਵਰਬ ਜਿਨ੍ਹਾਂ ਦੇ ਪਿੱਛੇ ਸੀ ਐਚ ਹੋਵੇ, ਮੋਹਰੇ ਸ਼ੁਰੂ 'ਚ ਨਹੀਂ ਅਖੀਰ ਦੇ ਵਿੱਚ ਹੋਣਾ ਚਾਹੀਦਾ, ਜਿਵੇਂ ਕਿ ਐਸ ਐਚ ਅਖੀਰ ਦੇ ਵਿੱਚ ਹੀ ਲੱਗਾ ਹੈ। ਇਹ ਹੋ ਗਿਆ ਆਪਣੇ ਕੋਲ ਵਾਚ, ਸੀ ਐਚ ਅਖੀਰ ਤੇ। ਵਾਚ ਦਾ ਮਤਲਬ ਹੁੰਦਾ ਨਿਗਰਾਨੀ ਕਰਨਾ। ਠੀਕ ਹੈ, ਵਿਸ਼ ਦਾ ਮਤਲਬ ਹੁੰਦਾ ਕਿ ਜੋ ਸਾਡੀ ਵਿਸ਼ ਮੰਗਣੀ, ਜਿੱਦਾਂ ਹੈ ਨਾ ਆਪਾਂ ਵਿਸ਼ ਮੰਗਣੀ ਕਹਿ ਦਿੰਦੇ ਆ, ਉਹ ਹੋ ਗਈ ਵਾਚ, ਹੋ ਗਿਆ ਨਿਗਰਾਨੀ ਕਰਨਾ। ਇਹ ਆ ਗਿਆ ਆਪਣੇ ਕੋਲ ਵਾਚ ਦਾ ਆ ਜਾਂਦਾ, ਆ ਵਿਸ਼ ਦਾ ਆ ਜਾਂਦਾ, ਇਸ ਤਰੀਕੇ ਨਾਲ। ਠੀਕ ਹੈ, ਤੇ ਹੁਣ ਜਿਵੇਂ ਕਿ ਵਾਈ ਵਾਲੇ ਜਿਹੜੇ ਵਰਡ ਆ ਜਿਨ੍ਹਾਂ ਦੇ ਅਖੀਰ ਦੇ ਉੱਤੇ ਵਾਈ ਲੱਗੀ ਹੁੰਦੀ ਆ, ਉਹ ਕਿਹੜੇ ਆ, ਜਿਵੇਂ ਕਿ ਡਰਾਈ, ਇਹ ਹੁੰਦੇ ਡਰਾਈਡ ਆ ਜਾਂਦੇ ਆ। ਤੇ ਹੁਣ ਜਦੋਂ ਇਹਦੇ ਵਿੱਚ ਆਪਾਂ ਈ ਐਸ ਲਾਉਣਾ, ਇੱਥੇ ਤਾਂ ਈ ਐਸ ਹੁਣ ਵਾਚਸ ਸਿੱਧਾ ਲੱਗ ਜਾਣਾ, ਇੱਥੇ ਵਿਸ਼ਜ਼ ਸਿੱਧਾ ਲੱਗ ਜਾਣਾ ਈ ਐਸ। ਇਹਦੇ ਵਿੱਚ ਹੁਣ ਕਿੱਦਾਂ ਲੱਗਣਾ, ਡਰਾਈ ਦੇ ਵਿੱਚ DRIES। ਡਰਾਈ ਦਾ ਮਤਲਬ ਹੁੰਦਾ ਸੁੱਕਣਾ।
ਠੀਕ ਹੈ। ਹੁਣ ਡਰਾਈਜ਼ ਇਸ ਤਰੀਕੇ ਨਾਲ ਆਪਾਂ ਯੂਜ਼ ਕਰਾਂਗੇ ਸੈਂਟੈਂਸ ਦੇ ਵਿੱਚ, ਠੀਕ ਹੈ। ਇਹ ਹੁਣ ਸਾਰੇ ਜਿਹੜੇ ਆ ES ਵਾਲੇ ਵਰਡ ਆ, ES ਵਾਲੇ ਸੌਰੀ ਵਰਬ ਆ, ਮੈਂ ਬਾਰ-ਬਾਰ ਗਲਤੀ ਕਰਕੇ ਵਰਡ ਕਹੀ ਜਾਂਦਾ, ਇਹ ਵਰਬ ਆ ਸਾਰੇ, ਠੀਕ ਹੈ। ਕਿਰਿਆ ਜਿਹਨੂੰ ਆਪਾਂ ਪੰਜਾਬੀ 'ਚ ਕਹਿੰਦੇ ਆ ਵਰਬ। ਤੇ ਹੁਣ ਜਿਹੜੇ ਇਹਨਾਂ ਤੋਂ ਇਲਾਵਾ ਜਿਨ੍ਹਾਂ ਦੇ ਐਂਡ ਵਿੱਚ X O S H C H ਜਾਂ Y ਲੱਗਦਾ ਹੋਵੇ, ਇਹਨਾਂ ਤੋਂ ਇਲਾਵਾ ਕੋਈ ਵੀ ਹੋਰ ਜਿਹੜਾ ਆ ਅੱਖਰ ਲੱਗਦਾ ਹੋਵੇ, ਕੋਈ ਵੀ ਹੋਰ ਅਲਫਾਬੈਟ ਲੱਗਦਾ ਹੈ, ਤਾਂ ਉਹਦੇ ਨਾਲ ਜੇ ਸਿੰਗੂਲਰ ਸਾਡਾ ਸਬਜੈਕਟ ਆ ਤਾਂ S ਹੀ ਲੱਗੂਗਾ, ES ਨਹੀਂ ਲੱਗੂਗਾ, ਠੀਕ ਹੈ। ਅਗਰ ਤੁਹਾਨੂੰ ਕੋਈ ਦਿੱਕਤ ਆ ਰਹੀ ਆ ਸਮਝਣ ਦੇ ਵਿੱਚ ਤਾਂ ਸਾਨੂੰ ਕਮੈਂਟ ਬਾਕਸ ਵਿੱਚ ਕਮੈਂਟ ਕਰ ਸਕਦੇ ਆ, ਕਿਉਂਕਿ ਇਹ ਬਹੁਤ ਇੰਪੋਰਟੈਂਟ ਜਿਹੜੀ ਆ ਟੌਪਿਕ ਆ, ਸਹੀ ਆ। ਤੇ ਹੁਣ ਨੈਕਸਟ ਦੇਖਦੇ ਆ ਸਿੰਪਲ ਸੈਂਟੈਂਸਸ ਜਿਹੜੇ ਆ ਉਹ ਆਪਾਂ ਕਿੱਦਾਂ ਬਣਾਉਣੇ ਆ ਸਿੰਗੂਲਰ ਐਂਡ ਪਲੂਰਲ ਵਰਬਸ ਦੇ, ਠੀਕ ਹੈ। ਹੀ ਸ਼ੀ ਇਟ ਜਾਂ ਵੀ ਕਿਸ ਤਰੀਕੇ ਨਾਲ ਆਪਾਂ ਬਣਾਉਣੇ ਆ ਸੈਂਟੈਂਸ। ਹੁਣ ਦੇਖੋ ਸਬਜੈਕਟ ਹੋ ਗਿਆ, ਵਰਬ ਦੀ ਫਰਸਟ ਫਾਰਮ ਹੋ ਗਈ, SGIS ਪਲੱਸ ਆਬਜੈਕਟ, ਇਹ ਤਾਂ ਸਾਨੂੰ ਪਤਾ ਹੀ ਹੈ ਕਿ ਫਾਰਮੂਲਾ ਹੁੰਦਾ ਹੈ। ਹੁਣ ਆਪਾਂ ਆਈਡੈਂਟੀਫਿਕੇਸ਼ਨ ਕਰਨੀ ਆ ਕਿ ਸਬਜੈਕਟ ਕਿਹੜਾ ਸੈਂਟੈਂਸ ਦੇ ਵਿੱਚ, ਵਰਬ ਦੀ ਫਾਰਮ ਕਿਹੜੀ ਆ ਤੇ ਆਬਜੈਕਟ ਕਿਹੜਾ ਆ। ਇਹ ਨਹੀਂ ਕਿ ਸਿੱਧੀ ਸਿੱਧੀ ਅੰਗਰੇਜ਼ੀ ਬਣਾ ਦੇਣੀ ਆ, ਅਸੀਂ ਵੀ ਹੋ ਗਿਆ, ਇੱਕ ਹੋ ਗਿਆ ਵਨ, ਦੂਜੇ ਹੋ ਗਿਆ ਸੈਕਿੰਡ, ਤੇ ਨੂੰ ਜਾਣਦੇ ਹਾਂ, ਇਦਾਂ ਅੰਗਰੇਜ਼ੀ ਨਹੀਂ ਆਪਾਂ ਬਣਾਉਣੀ ਹੈਗੀ। ਆਪਾਂ ਜਿਹੜੇ ਆ ਸਭ ਤੋਂ ਪਹਿਲਾਂ ਤਾਂ ਕੀ ਕਰਨਾ ਆ, ਇਹਨਾਂ ਨੂੰ ਆਪਾਂ ਅਰੇਂਜ ਕਰਨਾ ਸਬਜੈਕਟ ਵਰਬ ਤੇ ਆਬਜੈਕਟ ਦੀ ਫਾਰਮ ਦੇ ਵਿੱਚ। ਪਹਿਲਾਂ ਆਈਡੈਂਟੀਫਿਕੇਸ਼ਨ ਕਰਨੀ, ਫਿਰ ਆਪਾਂ ਫਾਰਮੂਲੇ 'ਚ ਪੁੱਟ ਕਰਨਾ ਹੈ। ਜਿਵੇਂ ਕਿ ਅਸੀਂ ਇੱਥੇ ਕੌਣ, ਅਸੀਂ ਕੀ ਆ, ਅਸੀਂ ਇੱਕ ਦੂਜੇ ਨੂੰ ਜਾਣਦੇ ਹਾਂ। ਹੁਣ ਅਸੀਂ ਜਾਣਦੇ ਹਾਂ, ਅਸੀਂ ਜਿਹੜਾ ਆ ਉਹ ਕੀ ਹੋ ਗਿਆ ਆਪਣੇ ਕੋਲ ਸਬਜੈਕਟ, ਇਹ ਸਭ ਤੋਂ ਮੇਨ ਆ ਹੁਣ, ਠੀਕ ਹੈ। ਸਬਜੈਕਟ ਹੋ ਗਿਆ। ਹੁਣ ਇੱਕ ਦੂਜੇ ਤਾਂ ਹੁਣ ਕੋਈ ਕਿਰਿਆ ਹੋਈ ਹੀ ਨਹੀਂ, ਠੀਕ ਹੈ। ਇਹ ਕਿਹੜਾ ਕੋਈ ਇੱਕ ਦੂਜੇ ਦਾ ਤੱਕ ਕੋਈ ਕੰਮ ਹੋਇਆ ਹੀ ਨਹੀਂ। ਕੰਮ ਕਿਹੜਾ ਆ, ਜਾਣਨਾ ਹੁਣ ਕੀ ਆ, ਵਰਬ ਦੀ ਫਾਰਮ ਆ, ਇਹ ਫਰਸਟ ਫਾਰਮ ਆਪਾਂ ਲਾਉਣੀ ਆ। ਅਸੀਂ ਇੱਕ ਦੂਜੇ ਨੂੰ ਜਾਣਦੇ ਹਾਂ। ਹੁਣ ਜਾਣਨਾ ਕੀ ਹੋ ਗਿਆ, ਵਰਬ ਹੋ ਗਿਆ। ਹਾਂ ਆਪਾਂ ਜਿਹੜਾ ਉਹ ਉੱਦਾਂ ਹੀ ਲਾਇਆ ਹੁੰਦਾ, ਇਹ ਤਾਂ ਪੰਜਾਬੀ 'ਚ ਹੀ ਹੈ, ਠੀਕ ਹੈ। ਇੱਕ ਦੂਜੇ ਨੂੰ ਹੁਣ ਕੀ ਹੁੰਦਾ, ਈਚ ਅਦਰ, ਇਹ ਕੀ ਹੋ ਗਿਆ ਸਾਡਾ ਆਬਜੈਕਟ। ਹੁਣ ਇਸ ਤਰੀਕੇ ਨਾਲ ਆਬਜੈਕਟ ਹੋਇਆ, ਹਾਂਜੀ, ਇਸ ਤਰੀਕੇ ਨਾਲ ਹੁਣ ਸਾਡਾ ਆਬਜੈਕਟ ਹੋਇਆ। ਹੁਣ ਇਹਨੂੰ ਅਸੀਂ ਕੀ ਕਰਨਾ, ਇਸ ਫਾਰਮੂਲੇ ਦੇ ਵਿੱਚ ਜਿਹੜਾ ਆਪਾਂ ਪੁੱਟ ਕਰਨਾ ਹੈ। ਹੁਣ ਕਿੱਦਾਂ ਪੁੱਟ ਕਰਾਂਗੇ, ਅਸੀਂ ਕੀ ਹੁੰਦਾ ਵੀ, ਹੁਣ ਵੀ ਕੀ ਹੈ, ਸਿੰਗੂਲਰ ਹੈ ਕਿ ਪਲੂਰਲ ਹੈ। ਹੁਣ ਦੇਖੋ SGIS ਕੀ ਲੱਗੂਗਾ ਇਹਦੇ ਨਾਲ, ਵੀ ਹੈਗਾ ਪਲੂਰਲ, ਇਹਦੇ ਨਾਲ ਤਾਂ SGIS ਲੱਗਣੀ ਹੀ ਨਹੀਂ, ਠੀਕ ਹੈ। ਇਹ ਸਿੰਪਲ ਸਾਡਾ ਸੈਂਟੈਂਸ ਬਣ ਜਾਣਾ। ਵੀ ਨੋ ਹੁੰਦਾ ਜਾਣਨਾ, ਈਚ ਅਦਰ, ਵੀ ਨੋ ਈਚ ਅਦਰ, ਸਿੰਪਲ ਸੈਂਟੈਂਸ ਹੋ ਗਿਆ। ਹੁਣ ਇਹ ਦੇਖੋ ਕਿੱਦਾਂ ਬਣਾਇਆ, ਵੀ ਆ ਜਾਣ ਤੇ ਇੱਥੇ ਆ, ਤੇ ਇੱਕ ਦੂਜੇ ਨੂੰ ਜਿਹੜਾ ਉਹ ਇੱਧਰਲੇ ਪਾਸੇ ਆ ਗਿਆ। ਇਸ ਤਰੀਕੇ ਨਾਲ ਅਸੀਂ ਸੈਂਟੈਂਸ ਵਿੱਚ ਪੁੱਟ ਕੀਤਾ। ਹੁਣ ਵੀ ਕੀ ਆ, ਸਬਜੈਕਟ ਆ, ਨੋ ਕੀ ਆ, ਵਰਬ ਦੀ ਫਾਰਮ ਆ, SGIS ਕਿਉਂ ਨਹੀਂ ਲੱਗਾ, ਕਿਉਂਕਿ ਸਬਜੈਕਟ ਜਿਹੜਾ ਸਾਡਾ ਪਲੂਰਲ ਆ। ਈਚ ਅਦਰ ਕੀ ਹੋ ਗਿਆ ਸਾਡਾ ਆਬਜੈਕਟ। ਇਸ ਤਰੀਕੇ ਨਾਲ ਬਣਾਉਣਾ, ਸਿੱਧੀ ਇਦਾਂ ਅੰਗਰੇਜ਼ੀ ਨਹੀਂ ਬਣਾਉਣੀ ਹੈਗੀ, ਉਹ ਗਲਤ ਆ। ਇਸ ਫਾਰਮੂਲੇ 'ਚ ਪੁੱਟ ਕਰਕੇ ਬਣਾਉਣੀ। ਹੁਣ ਨੈਕਸਟ ਦੇਖ ਲੈਂਦੇ ਕੀ ਆ, ਰਾਹੁਲ ਨੂੰ ਆਨਲਾਈਨ ਗੇਮਾਂ ਖੇਡਣਾ ਰਾਹੁਲ ਜਿਹੜਾ ਆ ਆਨਲਾਈਨ ਗੇਮਾਂ ਖੇਡਣਾ ਪਸੰਦ ਕਰਦਾ ਹੈ। ਹੁਣ ਇਹਦੇ ਵਿੱਚ ਆਪਾਂ ਆਈਡੈਂਟੀਫਿਕੇਸ਼ਨ ਕੀ ਕਰਨੀ, ਹੁਣ ਰਾਹੁਲ ਦੀ ਹੀ ਗੱਲ ਹੋ ਰਹੀ ਹੈ, ਰਾਹੁਲ ਕਰ ਰਿਹਾ ਹੈ, ਠੀਕ ਹੈ। ਰਾਹੁਲ ਹੁਣ ਕੀ ਹੋ ਗਿਆ, ਸਾਡਾ ਸਬਜੈਕਟ ਹੋ ਗਿਆ, ਰਾਹੁਲ ਸਬਜੈਕਟ ਹੋ ਗਿਆ। ਤੇ ਇਸ ਤੋਂ ਬਾਅਦ ਵਿੱਚ ਹੁਣ ਕੀ ਆ, ਆਨਲਾਈਨ ਗੇਮਾਂ ਹੈ ਨਾ, ਇਹ ਜਿਹੜਾ ਆ ਹੁਣ ਸਾਡਾ ਆਨਲਾਈਨ ਗੇਮਾਂ ਖੇਡਣਾ ਜਿਹੜਾ ਆ, ਇਹ ਸਾਰੇ ਦਾ ਸਾਰਾ ਸਾਡਾ ਕੀ ਆ, ਆਬਜੈਕਟ ਆ, ਠੀਕ ਹੈ। ਪਸੰਦ ਕਰਦਾ, ਇਹ ਸਾਡਾ ਕੀ ਆ, ਵਰਬ ਹੋ ਗਈ। ਹੁਣ ਦੇਖੋ ਰਾਹੁਲ ਜਿਹੜਾ ਅਸੀਂ ਇੱਧਰ ਗੱਲ ਕੀਤੀ ਸੀ, ਜੇ ਸਿੰਗੂਲਰ ਵਰਡ ਦੇ ਵਿੱਚ ਕਿਸੇ ਦਾ, ਜਿੱਦਾਂ ਹੁਣ ਇੱਥੇ ਨਾਮ ਆ, ਉੱਥੇ ਰਾਹੁਲ ਹੈ, ਇੱਥੇ ਰਾਮ ਆ, ਕਿਸੇ ਦਾ ਵੀ ਨਾਊਨ ਹੋਵੇ, ਸਿੰਗੂਲਰ ਨਾਊਨ ਆ, ਤਾਂ ਉਹਦੇ ਨਾਲ ਕੀ ਲੱਗਣਾ, SGIS ਲੱਗੂਗਾ। ਹੁਣ SGIS ਕਿਹਨਾਂ ਵਰਡ ਦੇ ਨਾਲ ਲੱਗਣਾ, ਉਹ ਇੱਥੇ ਆਪਾਂ ਡਿਸਕਸ ਕਰ ਲਿਆ ਸੀਗਾ, ਠੀਕ ਹੈ। ਜੇ ਤਾਂ ਹੁਣ ਦੇਖੋ ਗੇਮਾਂ ਖੇਡਣਾ, ਹੁਣ ਇਹਦੇ ਵਿੱਚ ਕੀ ਆਊਗਾ, ਬਣਾ ਲੈਂਦੇ ਆ, ਰਾਹੁਲ ਲਵਸ ਟੂ ਪਲੇ। ਹੁਣ ਦੇਖੋ E ਆ ਇੱਥੇ, XSHO, ਇਹਨਾਂ ਵਿੱਚੋਂ ਕੋਈ ਵਰਡ ਨਹੀਂ ਹੈਗਾ, ਇਹਦੇ ਨਾਲ ਸਿੰਪਲ S ਲੱਗ ਜਾਣੀ ਹੈ, ਠੀਕ ਹੈ। ਪਸੰਦ ਕਰਨਾ ਹੁੰਦਾ, ਲਵਸ, ਪਸੰਦ ਕਰਦਾ ਹੈ, ਠੀਕ ਹੈ। ਰਾਹੁਲ ਲਵਸ ਟੂ ਪਲੇ ਹੋਗਾ ਖੇਡਣਾ, ਠੀਕ ਹੈ। ਰਾਹੁਲ ਲਵਸ ਟੂ ਪਲੇ ਆਨਲਾਈਨ ਗੇਮਸ। ਇਸ ਤਰੀਕੇ ਨਾਲ ਸਾਡਾ ਬਣਿਆ ਜਿਹੜਾ ਆਹ ਸਾਰੇ ਦਾ ਸਾਰਾ ਇਹ ਆਬਜੈਕਟ ਹੀ ਸੀ, ਠੀਕ ਹੈ। ਮੈਂ ਇਹਨੀ ਡਿਟੇਲ 'ਚ ਤੁਹਾਨੂੰ ਤਾਂ ਸਮਝਾ ਰਿਹਾ ਤਾਂ ਕਿ ਤੁਸੀਂ ਅੱਗੇ ਜਾ ਕੇ ਗਲਤੀ ਨਾ ਕਰੋ ਇਹ ਵਾਲੀ। ਤੇ ਹੁਣ ਨੈਕਸਟ ਦੇਖ ਲਓ ਕੀ ਆ, ਪ੍ਰੀਤ ਹਰ ਜਗ੍ਹਾ ਮੋਟਰਸਾਈਕਲ 'ਤੇ ਹੀ ਜਾਂਦਾ ਹੈ, ਹਰੇਕ ਜਗ੍ਹਾ ਮੋਟਰਸਾਈਕਲ 'ਤੇ ਹੀ ਜਾਂਦਾ ਹੈ। ਹੁਣ ਇਹਦੇ ਵਿੱਚ ਆਪਾਂ ਜ਼ਿਆਦਾ ਟਾਈਮ ਨਹੀਂ ਲਾਉਣਾ, ਇਹ 'ਚ ਸਿੱਧਾ ਮੈਂ ਸੈਂਟੈਂਸ ਬਣਾ ਦੇਣਾ, ਤੁਸੀਂ ਆਪ ਦੇਖ ਲਿਓ ਵੀ ਕਿਹੜੀ ਜਿਹੜੀ ਆ ਆਬਜੈਕਟ ਆ। ਪ੍ਰੀਤ ਸਾਡੇ ਕੋਲ ਸਬਜੈਕਟ ਆ, ਕਿਹੜਾ ਆਬਜੈਕਟ ਕਿਹੜਾ ਨਹੀਂ, ਇਹ ਤੁਸੀਂ ਆਪ ਹੁਣ ਦੇਖ ਲੈਣਾ ਇੱਕ ਵਾਰੀ। ਪ੍ਰੀਤ goes
एवरीवेयर ऑन बाइक ਜਾਂ मोटरसाइकिल कह लो। ਪ੍ਰੀਤ goes everywhere on motorcycle। ਹੁਣ ਦੇਖੋ ਇੱਥੇ ਹੁਣ ਦੇਖੋ ਇੱਥੇ ਕੀ ਆ O ਲੱਗਾ ਹੋਇਆ ਸੀ। ਅਸੀਂ ਇੱਧਰ ਪਿਛਲੇ ਵਿੱਚ ਕੀ ਦੇਖਿਆ ਸੀਗਾ, ਜਿੱਥੇ ਵੀ O ਲੱਗਾ ਹੋਵੇ ਅਖੀਰ ਦੇ ਉੱਤੇ ਵਰਬ ਹੋਵੇ ਤੇ ਵਰਬ ਦਾ ਆਖਰੀ ਵਰਡ O ਹੋਵੇ ਤਾਂ ਉੱਥੇ ਕੀ ਆ ਗੋ ਹੋਵੇ ਤਾਂ ਉੱਥੇ ਆਪਾਂ ES ਲਗਾ ਦਿੱਤਾ। ਇਸ ਤਰੀਕੇ ਨਾਲ ਆਪਾਂ ਜਿਹੜਾ ਇਹਨੂੰ ਯੂਜ਼ ਕਰਦੇ ਹਾਂ, ਠੀਕ ਹੈ। ਹੁਣ ਨੈਕਸਟ ਕੀ ਆ, ਰਸੋਈ ਵਿੱਚੋਂ ਬਹੁਤ ਵਧੀਆ ਖੁਸ਼ਬੂ ਆਉਂਦੀ ਹੈ। ਹੁਣ ਦੇਖੋ ਇਹ ਜਿਹੜਾ ਇਦਾਂ ਦਾ ਸੈਂਟੈਂਸ ਆ ਨਾ, ਇਹਦੇ ਵਿੱਚ ਕੋਈ ਵੀ ਸਬਜੈਕਟ ਹੁਣ ਹੈ ਨਹੀਂਗਾ, ਇੱਥੇ ਆਪਾਂ ਨੂੰ ਇਟ ਲਗਾਉਣਾ ਪੈਣਾ। ਹੁਣ ਇਹ ਦੇਖੋ ਕੀ ਇੱਦਾਂ ਕੇਸ ਤੇ ਹੁਣ ਰਸੋਈ ਵਿੱਚੋਂ ਜਿਹੜਾ ਇਹ ਆਬਜੈਕਟ ਹੈ, ਇੱਥੇ ਜ਼ਰੂਰੀ ਨਹੀਂ ਕਿ ਸਭ ਤੋਂ ਪਹਿਲਾਂ ਸਬਜੈਕਟ ਹੀ ਲੱਗਾ ਹੋਵੇ, ਆਬਜੈਕਟ ਵੀ ਲੱਗਾ ਹੋ ਸਕਦਾ। ਬਹੁਤ ਵਧੀਆ ਖੁਸ਼ਬੂ ਜਿਹੜੀ ਆ ਇਹ ਕੀ ਹੁਣ ਆਪਣੇ ਕੋਲ ਇਹ ਵੀ ਇੱਕ ਕਿਸਮ ਦੀ ਜਿੱਦਾਂ ਬਹੁਤ ਵਧੀਆ ਸਮੈਲ ਆ, ਠੀਕ ਹੈ। ਖੁਸ਼ਬੂ ਆਉਣਾ ਜਿਹੜਾ ਇਹ ਹੁਣ ਸਾਡਾ ਕੀ ਆ ਵਰਬ ਆ। ਬਹੁਤ ਵਧੀਆ ਸਾਡਾ ਵਰਬ ਨਹੀਂ ਹੈਗਾ, ਇਹ ਸਾਡਾ ਇਹ ਵੀ ਜਾਣੀ ਇੱਕ ਕਿਸਮ ਦਾ ਕੀ ਆ ਆਬਜੈਕਟ ਹੀ ਲਗਾ ਲਓ ਇਹਨੂੰ। ਇੱਥੇ ਕੋਈ ਵੀ ਸਬਜੈਕਟ ਹੈ ਨਹੀਂ ਸੈਂਟੈਂਸ ਦੇ ਵਿੱਚ। ਸੋ ਇੱਥੇ ਕਿੱਦਾਂ ਦਾ ਸਾਡਾ ਵਰਡ ਸੈਂਟੈਂਸ ਬਣੂਗਾ, ਇਟ ਸਮੈਲਸ ਵੈਰੀ, ਬਹੁਤ ਵਧੀਆ, ਵੈਰੀ ਡਿਲੀਸ਼ੀਅਸ, ਵੈਰੀ ਬਹੁਤ ਵਧੀਆ ਨੂੰ ਹੁਣ ਵੈਰੀ ਬਿਊਟੀਫੁਲ ਜਾਂ ਵੈਰੀ ਗੁੱਡ ਇਸ ਤਰੀਕੇ ਨਾਲ ਨੇ, ਕਿਉਂਕਿ ਰਸੋਈ ਦੇ ਵਿੱਚੋਂ ਖਾਣ ਵਾਲੀ ਸਮੈਲ ਆਉਂਦੀ ਹੁੰਦੀ ਹੈ ਨਾ, ਇਸ ਕਰਕੇ ਵੈਰੀ ਡਿਲੀਸ਼ੀਅਸ। ਡਿਲੀਸ਼ੀਅਸ ਹੁਣ ਸਾਡਾ ਖਾਣ ਵਾਲੇ ਟੇਸਟ ਦੇ ਨਾਲ ਜਿਹੜਾ ਆ ਉਹ ਰਿਲੇਟਡ ਆ। ਇਟ ਸਮੈਲਸ ਵੈਰੀ ਡਿਲੀਸ਼ੀਅਸ ਇਨ ਦ ਕਿਚਨ। ਇਸ ਤਰੀਕੇ ਨਾਲ ਸਾਡੀ ਆ ਗਈ ਇਟ ਸਮੈਲਸ ਵੈਰੀ ਡਿਲੀਸ਼ੀਅਸ ਇਨ ਦ ਕਿਚਨ, ਠੀਕ ਹੈ। ਸੋ ਹੁਣ ਆਪਾਂ ਜਲਦੀ ਇਹਨਾਂ ਦੇ ਨੈਗੇਟਿਵ ਐਂਡ ਇੰਟੈਰੋਗੇਟਿਵ ਜਿਹੜੇ ਸੈਂਟੈਂਸਸ ਆ ਉਹ ਬਣਾ ਲੈਂਦੇ ਆ। ਇਟ ਸੌਰੀ ਇੱਥੇ ਮੈਂ ਆਈ ਲਿਖਤਾ ਸੀ, ਇੱਥੇ ਇਟ ਹੋ ਗਿਆ। ਇਟ ਸਮੈਲਸ ਵੈਰੀ ਡਿਲੀਸ਼ੀਅਸ ਇਨ ਦ ਕਿਚਨ। ਸੋ ਹੁਣ ਨੈਗੇਟਿਵ ਸੈਂਟੈਂਸਸ ਦੇ ਵਿੱਚ ਕੀ ਆਉਣਾ, ਸਬਜੈਕਟ ਪਲੱਸ ਡੂ ਜਾਂ ਡਜ਼ ਪਲੱਸ ਨਾਟ ਪਲੱਸ ਵਰਬ ਦੀ ਫਾਰਮ ਫਸਟ ਫਾਰਮ ਤੇ ਪਲੱਸ ਆਬਜੈਕਟ, ਇਸ ਤਰੀਕੇ ਨਾਲ। ਹੁਣ ਜਿਹੜੇ ਤਾਂ ਵਰਡ ਸਬਜੈਕਟ ਸਾਡੇ ਕੋਲ ਪਲੂਰਲ ਆ ਉਹਨਾਂ ਦੇ ਨਾਲ ਕੀ ਲੱਗਣਾ, ਸਾਡਾ ਡੂ ਲੱਗ ਜਾਣਾ ਹੈ, ਠੀਕ ਹੈ। ਜਿਹੜੇ ਵੀ ਸਾਡੇ ਆ ਸਬਜੈਕਟ, ਜਿੱਥੇ ਤਾਂ ਸਾਡਾ ਸਬਜੈਕਟ ਜਿਹੜਾ ਆ ਪਲੂਰਲ ਆ ਉੱਥੇ ਡੂ ਲੱਗੂਗਾ, ਕਿਉਂਕਿ ਤੇ ਦੂਜੇ ਜਿੱਥੇ ਸਿੰਗੂਲਰ ਆ, ਠੀਕ ਹੈ, ਜਿੱਥੇ ਵੀ ਸਿੰਗੂਲਰ ਆ ਤੇ ਉਸ ਜਗ੍ਹਾ ਦੇ ਉੱਤੇ ਸਾਡਾ ਡਜ਼ ਲੱਗੂਗਾ, ਕਿਉਂਕਿ ਸਿੰਗੂਲਰ ਦੇ ਨਾਲ ਹੀ ਆਪਾਂ ਐਸ ਜਾਂ ES ਲਾਉਂਦੇ ਸੀ ਨਾ, ਇਸ ਕਰਕੇ ਹੁਣ ਡੂ ਇੱਕ ਆਲਰੇਡੀ ਫਾਰਮ ਆ, ਵਰਬ ਦੀ ਫਾਰਮ ਆ, ਤੇ ਇਹਦੇ ਨਾਲ ਹੀ ਆਪਾਂ ਡਜ਼ ਲਗਾ ਦੇਣਾ ਇਸ ਤਰੀਕੇ ਨਾਲ। ਹੁਣ ਦੇਖੋ ਇਹਨਾਂ ਨੂੰ ਆ ਜਿਹੜੇ ਆਪਾਂ ਪਹਿਲਾਂ ਸੈਂਟੈਂਸ ਕੀਤੇ ਹੋਏ ਆ ਉਹਨਾਂ ਨੂੰ ਹੀ ਆਪਾਂ ਚੇਂਜ ਕਰਦੇ ਹਾਂ ਨੈਗੇਟਿਵ ਦੇ ਵਿੱਚ। ਸੋ ਪਹਿਲਾ ਸੈਂਟੈਂਸ ਕੀ ਹੋ ਗਿਆ, ਫਰਸਟ ਸੈਂਟੈਂਸ ਕੀ ਸੀਗਾ, ਵੀ ਨੋ ਈਚ ਅਦਰ। ਵੀ ਹੁਣ ਇੱਥੇ ਜਿਹੜਾ ਆ ਸਾਡਾ ਸਬਜੈਕਟ ਆ ਉਹ ਪਲੂਰਲ ਆ, ਇੱਥੇ ਡੂ ਨਾਟ ਲੱਗ ਜਾਣਾ, ਡੂ ਨਾਟ ਨੋ ਈਚ ਅਦਰ, ਸਿੰਪਲ, ਠੀਕ ਹੈ। ਹੁਣ ਨੈਕਸਟ ਸੈਂਟੈਂਸ ਕੀ ਸੀਗਾ ਸਾਡੇ ਕੋਲ, ਰਾਹੁਲ ਲਵਸ ਟੂ ਪਲੇ ਆਨਲਾਈਨ ਗੇਮ। ਹੁਣ ਇੱਥੇ ਲਵਸ ਲਗਾਇਆ, ਇੱਥੇ ਕੀ ਲੱਗਣਾ, ਰਾਹੁਲ ਡਜ਼ ਨਾਟ। ਹੁਣ ਦੇਖੋ ਜਦੋਂ ਡਜ਼ ਨਾਟ ਲੱਗ ਗਿਆ ਤਾਂ ਵਰਬ ਦੀ ਸਿੰਪਲ ਇਕੱਲੀ ਪਹਿਲੀ ਫਾਰਮ ਹੀ ਲੱਗਣੀ, ਇਹਦੇ ਨਾਲ ਐਸ ਜਾਂ ES ਨਹੀਂ ਲੱਗਣਾ, ਕਿਉਂਕਿ ES ਇੱਥੇ ਲੱਗ ਚੁੱਕਾ ਆਲਰੇਡੀ। ਡੂ ਵੀ ਤਾਂ ਇੱਕ ਵਰਬ ਦੀ ਫਾਰਮ ਹੀ ਆ, ਠੀਕ ਹੈ, ਇਸ ਕਰਕੇ ਇੱਥੇ ES ਲੱਗ ਗਿਆ, ਹੁਣ ਨਹੀਂ ਅੱਗੇ ਨਹੀਂ ਲੱਗਣਾ ਹੈਗਾ ਨੈਗੇਟਿਵ ਦੇ ਵਿੱਚ। ਰਾਹੁਲ ਡਜ਼ ਨਾਟ ਲਵ ਟੂ ਪਲੇ ਆਨਲਾਈਨ ਗੇਮਸ, ਠੀਕ ਹੈ। ਇੱਥੇ ਹੁਣ ਤੁਸੀਂ ਪੂਰਾ ਕਰ ਲਿਓ ਸੈਂਟੈਂਸ ਨੂੰ। ਸੋ ਨੈਕਸਟ ਕੀ ਸੀਗਾ ਸਾਡਾ ਸੈਂਟੈਂਸ, ਪ੍ਰੀਤ ਗੋਜ਼ ਐਵਰੀਵੇਅਰ ਔਨ ਮੋਟਰਸਾਈਕਲ, ਠੀਕ ਹੈ। ਹੁਣ ਆਪਾਂ ਕੀ ਲਿਖਣਾ, ਪ੍ਰੀਤ, ਹੁਣ ਇੱਥੇ ਗੋਜ਼ ਸੀਗਾ ਨਾ, ਗੋਜ਼ ਤਾਂ ਇੱਥੇ ਡਜ਼ ਨਾਟ, ਕਿਉਂਕਿ ਇੱਥੇ ਜਿਹੜਾ ਸਾਡਾ ਸਿੰਗੂਲਰ ਹੈਗਾ ਆ ਸਬਜੈਕਟ। ਪ੍ਰੀਤ ਡਜ਼ ਨਾਟ, ਇੱਥੇ ਹੁਣ ਇਕੱਲਾ ਸਿੰਪਲ ਗੋ, ਐਵਰੀਵੇਅਰ ਔਨ ਮੋਟਰਸਾਈਕਲ, ਠੀਕ ਹੈ। ਹੁਣ ਨੈਕਸਟ ਸੈਂਟੈਂਸ ਸਾਡਾ ਕੀ ਸੀਗਾ, ਨੈਕਸਟ ਸੈਂਟੈਂਸ ਆ ਗਿਆ, ਇਟ ਸਮੈਲਸ ਵੈਰੀ ਡਿਲੀਸ਼ੀਅਸ ਇਨ ਦ ਕਿਚਨ। ਇਟ ਡਜ਼ ਨਾਟ, ਠੀਕ ਹੈ, ਇਟ ਦੇ ਨਾਲ ਵੀ ਡਜ਼ ਨਾਟ ਹੀ ਲੱਗਦਾ, ਇਟ ਡਜ਼ ਨਾਟ ਸਮੈਲ ਵੈਰੀ ਡਿਲੀਸ਼ੀਅਸ ਇਨ ਦ ਕਿਚਨ, ਠੀਕ ਹੈ। ਇਸ ਤਰੀਕੇ ਨਾਲ ਅਸੀਂ ਬਣਾਇਆ। ਹੁਣ ਨੈਕਸਟ ਇੰਟੈਰੋਗੇਟਿਵ ਸੈਂਟੈਂਸਸ ਜਲਦੀ ਦੇਖ ਲੈਂਦੇ ਆ। ਇੰਟੈਰੋਗੇਟਿਵ ਦੇ ਵਿੱਚ ਕੀ ਹੋਣਾ, ਸਾਡੀ ਜਿਹੜੀ ਆ ਡੂ ਔਰ ਡਜ਼ ਜਿਹੜਾ ਸਭ ਤੋਂ ਅੱਗੇ ਲੱਗਣਾ, ਪਲੱਸ
ਸਬਜੈਕਟ ਦੇ ਅਕੋਰਡਿੰਗਲੀ ਡੂ ਜਾਂ ਡਜ਼ ਲੱਗਦਾ ਹੈ। ਇਹ ਹੁਣ ਅਸੀਂ ਕਾਫੀ ਵਾਰ ਦੇਖ ਹੀ ਲਿਆ ਹੈ ਤੇ ਵਰਬ ਦੀ ਫਰਸਟ ਫਾਰਮ ਹੀ ਲੱਗਣੀ ਆ, ਆਬਜੈਕਟ ਪਲੱਸ ਕੁਐਸਚਨ ਮਾਰਕ। ਹੁਣ ਇਹਨਾਂ ਸੈਂਟੈਂਸਸ ਨੂੰ ਹੀ ਆਪਾਂ ਯੂਜ਼ ਕਰਦੇ ਹਾਂ ਅੱਗੇ ਇੰਟੈਰੋਗੇਟਿਵ ਦੇ ਵਿੱਚ। ਇਹਦੇ ਵਿੱਚ ਹੁਣ ਕੀ ਲੱਗੂਗਾ, ਸਭ ਤੋਂ ਪਹਿਲਾਂ ਸੀਗਾ ਸੈਂਟੈਂਸ ਸਾਡਾ ਵੀ ਨੋ ਈਚ ਅਦਰ। ਹੁਣ ਇੱਥੇ ਕੀ ਅਸੀਂ ਇੱਕ ਦੂਜੇ ਨੂੰ ਜਾਣਦੇ ਹਾਂ, ਡੂ ਵੀ। ਹੁਣ ਦੇਖੋ ਵੀ ਜਿਹੜਾ ਸਾਡਾ ਪਲੂਰਲ ਹੈ ਇਸ ਕਰਕੇ ਇੱਥੇ ਡੂ ਲੱਗਾ। ਡੂ ਵੀ ਨੋ ਈਚ ਅਦਰ, ਇਸ ਤਰੀਕੇ ਨਾਲ ਸਾਡਾ ਬਣ ਗਿਆ ਤੇ ਅਖੀਰ ਦੇ ਉੱਤੇ ਕੁਐਸਚਨ ਮਾਰਕ ਲਾਉਣਾ ਨਾ ਭੁੱਲਣਾ। ਤੇ ਨੈਕਸਟ ਸਾਡਾ ਕੀ ਸੀਗਾ ਸੈਂਟੈਂਸ, ਰਾਹੁਲ ਡਜ਼ ਨਾਟ ਲਵ ਟੂ ਪਲੇ ਆਨਲਾਈਨ ਗੇਮਸ। ਠੀਕ ਹੈ, ਹੁਣ ਇੱਥੇ ਡਜ਼ ਰਾਹੁਲ ਲਵ ਟੂ ਪਲੇ ਆਨਲਾਈਨ ਗੇਮਸ, ਪਿੱਛੇ ਕੁਐਸਚਨ ਮਾਰਕ। ਠੀਕ ਹੈ, ਇਸ ਤਰੀਕੇ ਨਾਲ ਆਪਾਂ ਕਰਨਾ ਸੀ। ਹੁਣ ਪ੍ਰੀਤ ਵਾਲਾ ਤੁਸੀਂ ਆਪ ਕਰਕੇ ਦੇਖਿਓ ਤੇ ਅੱਗੇ ਨੈਕਸਟ ਮੈਂ ਕਰਾ ਦਿੰਦਾ ਜਿਹੜਾ ਇਟ ਵਾਲਾ ਸੀਗਾ ਸੈਂਟੈਂਸ, ਡਜ਼ ਇਟ ਸਮੈਲ ਵੈਰੀ ਡਿਲੀਸ਼ੀਅਸ ਇਨ ਦ ਕਿਚਨ। ਠੀਕ ਹੈ, ਇਸ ਤਰੀਕੇ ਨਾਲ ਅਸੀਂ ਸੈਂਟੈਂਸ ਬਣਾਉਣੇ ਇੰਟੈਰੋਗੇਟਿਵ ਸੈਂਟੈਂਸਸ ਬਣਾਉਣੇ ਆ। ਸੋ ਨੈਕਸਟ ਦੇਖ ਲਓ ਐਗਜ਼ਾਮਪਲਸ ਹੈ, ਇਹ ਤੁਸੀਂ ਆਪ ਕਰਨੀ ਹੈ ਐਗਜ਼ਾਮਪਲਸ ਤੇ ਸਾਨੂੰ ਕਮੈਂਟ ਬਾਕਸ ਵਿੱਚ ਕਮੈਂਟ ਕਰਿਆ ਕਰੋ। ਜਿਹੜੀਆਂ ਤੁਹਾਨੂੰ ਐਗਜ਼ਾਮਪਲਸ ਦਿੱਤੀਆਂ ਹੋਣਗੀਆਂ ਇਹ ਜ਼ਰੂਰੀ ਨਹੀਂ ਕਿ ਤੁਸੀਂ ਸਹੀ ਕਰਨੇ ਆ। ਠੀਕ ਹੈ, ਜਿੱਦਾਂ ਦੇ ਵੀ ਤੁਹਾਨੂੰ ਆਉਂਦੇ ਤੁਸੀਂ ਕਰਕੇ ਦਿਖਾ ਲਿਓ ਇੱਕ ਵਾਰੀ, ਸਹੀ ਆ। ਕਮੈਂਟ ਹੁਣ ਇਹ ਕਿਹੜੇ ਕਿਹੜੇ ਐਗਜ਼ਾਮਪਲ ਹੈ ਮੈਂ ਤੁਹਾਨੂੰ ਬੋਲ ਕੇ ਦੱਸ ਦਿੰਦਾ। ਉਹ ਕਾਰ ਦੁਆਰਾ ਕੰਮ ਤੇ ਜਾਂਦੀ ਹੈ, ਫਸਟ। ਅਸੀਂ ਹਰ ਰੋਜ਼ ਖਾਣਾ ਬਣਾਉਂਦੇ ਹਾਂ, ਅਸੀਂ ਇਕੱਠੇ ਜਿਮ ਜਾਂਦੇ ਹਾਂ, ਮੈਂ ਚਾਹ ਪਸੰਦ ਨਹੀਂ ਕਰਦਾ ਹਾਂ, ਕਿ ਉਹ ਹਰ ਵੇਲੇ ਆਪਣਾ ਪਰਸ ਘਰ ਭੁੱਲ ਜਾਂਦੀ ਹੈ। ਇਹ ਹੁਣ ਇੰਟੈਰੋਗੇਟਿਵ ਵਿੱਚ ਆ ਗਿਆ। ਸੋ ਇਹ ਸੈਂਟੈਂਸਸ ਆ ਜਿਹੜੇ ਤੁਸੀਂ ਸਾਨੂੰ ਕਮੈਂਟ ਬਾਕਸ ਵਿੱਚ ਕਮੈਂਟ ਕਰਕੇ ਦੱਸਣੇ ਆ। ਠੀਕ ਆ, ਤੇ ਕਮੈਂਟ ਕਰਨਾ ਬਿਲਕੁਲ ਭੁੱਲਿਆ ਨਾ ਕਰੋ, ਸ਼ਾਈ ਨਾ ਕਰਿਆ ਕਰੋ, ਤਾਂ ਕਿ ਤੁਹਾਨੂੰ ਅੱਗੇ ਜਾ ਕੇ ਆਪਣੀਆਂ ਗਲਤੀਆਂ ਤੋਂ ਸਿੱਖਣ ਦਾ ਮੌਕਾ ਮਿਲੇ। ਠੀਕ ਹੈ, ਸੋ ਇਸ ਤੇ ਸਾਡਾ ਚੈਨਲ ਵਿਜ਼ਡਮ ਐਜੂਕੇਸ਼ਨ ਪੁਆਇੰਟ RDC ਇਹਨੂੰ ਸਬਸਕ੍ਰਾਈਬ ਕਰੋ ਤਾਂ ਕਿ ਤੁਹਾਨੂੰ ਇੱਦਾਂ ਦੀਆਂ ਮੋਰ ਵੀਡੀਓਜ਼ ਜਿਹੜੀਆਂ ਉਹ ਮਿਲ ਸਕਣ। ਥੈਂਕ ਯੂ।